ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੁੰਦਪ ਬਜੇ ਅਨੇਕਈ 10 ਸਹਸਰ ਵੱਡ ਸੈਨ। ਉਮੜੀ ਆਵਤ ਜੰਗ ਕੋ ਵਿਧि ਚੰਦ ਪਿਖ ਨੈਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਪਹਿ ਤਾਵ ਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਪਰਸ ਰਹੇ ਹੋ। ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਹੋ। ਅੱਜ ਗੁਰੂ ਘਰ ਦੇ ਮਹਾਨ ਸ਼ਹੀਦ 90 ਸਾਲ ਦੀ ਉਮਰ ਵਿੱਚ ਜਿਨ੍ਹਾਂ ਨੇ ਤੇਗ ਵਾਹੁੰਦਿਆਂ ਅੰਗਰੇਜ਼ਾਂ ਨਾਲ ਜੰਗ ਲੜਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਐਸੇ ਮਹਾਂਪੁਰਖ ਤਤ ਬੇਤਾ ਆਤਮ ਗਿਆਨੀ ਮਹਾਂਪੁਰਖ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ 7ਵੇਂ ਜਥੇਦਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ 7ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੇ ਦਿਨ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਹੋਇਆ ਫਿਰੋਜ਼ਪੁਰ ਦੇ ਇਲਾਕੇ 'ਚ ਨਾਰੰਗਪੁਰ ਨਗਰ ਵਿਖੇ, ਜਿਨ੍ਹਾਂ ਨੇ ਬਚਪਨ ਤੋਂ ਹੀ ਗੁਰਸਿੱਖੀ ਦੀ ਦਾਤ ਸਤਿਗੁਰਾਂ ਦੇ ਚਰਨਾਂ 'ਚੋਂ ਪ੍ਰਾਪਤ ਕੀਤੀ ਔਰ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸੰਗਤ 'ਚ ਰਹਿ ਕੇ ਗੁਰੂ ਪੰਥ ਦੀ ਸੇਵਾ ਟਹਿਲ ਕਮਾਈ। ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਵੀ ਰਹੇ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਖਾਲਸੇ ਪੰਥ ਦੀ ਅਗਵਾਈ, ਪੰਥ ਦੇ ਜਥੇਦਾਰੀ ਦੀ ਸੇਵਾ ਉਹ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੇ ਕੀਤੀ ਔਰ ਬੜੇ ਭਾਵਨਾ ਨਾਲ ਗੁਰੂ ਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ। ਮੁਦਕੀ ਦੇ ਮੈਦਾਨ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਵੇਲੇ ਚਲਾਣੇ ਕਰ ਗਏ ਤਾਂ ਉਸ ਵੇਲੇ ਰਾਣੀ ਜਿੰਦਾ ਨੇ 2 ਚਿੱਠੀਆਂ ਭੇਜੀਆਂ ਸੀ। ਇੱਕ ਜਥੇਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਨੂੰ ਤੇ ਦੂਜੀ ਚਿੱਠੀ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਨੂੰ। ਮੁਦਕੀ ਦੇ ਮੈਦਾਨ ਵਿੱਚ ਅੰਗਰੇਜ਼ਾਂ ਨਾਲ ਲੜਦਿਆਂ ਵੈਰੀ ਦਲ ਨੂੰ ਭਾਜ ਪਾਈ ਔਰ ਅੱਜ ਕਿਹਾ ਜਾਂਦਾ ਹੈ ਨਾ ਕਿ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਨਾਲ ਸਭ ਤੋਂ ਪਹਿਲਾਂ ਅਗਰ ਕਿਸੇ ਨੇ ਮੱਥਾ ਲਾਇਆ ਹੈ ਔਰ ਅੰਗਰੇਜ਼ਾਂ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤਾਂ ਉਹ ਗੁਰੂ ਘਰ ਦੇ ਮਹਾਨ ਸੇਵਕ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਸਨ। ਮੁਦਕੀ ਦੇ ਮੈਦਾਨ ਵਿੱਚ ਲੜਦਿਆਂ ਪਟਿਆਲੇ, ਇੱਥੇ ਜਿੱਥੇ ਆਪਾਂ ਸਤਿਗੁਰਾਂ ਦੇ ਅਸਥਾਨ ਤੇ ਬੈਠੇ ਹਾਂ, 9ਵੇਂ ਗੁਰਦੇਵ ਦੇ ਚਰਨਾਂ 'ਚ 9ਵੇਂ ਪਾਤਸ਼ਾਹ ਦੇ ਇਸ ਸਥਾਨ ਤੇ ਆਏ। ਇੱਥੇ ਹੀ ਪਟਿਆਲੇ ਦੇ ਰਾਜੇ ਨੇ, ਕਿਉਂਕਿ ਅੰਗਰੇਜ਼ਾਂ ਦੇ ਖਿਲਾਫ ਬਾਬਾ ਜੀ ਲੜ ਰਹੇ ਸਨ ਤੇ ਮਹਾਰਾਜਾ ਪਟਿਆਲਾ ਕਰਮ ਸਿੰਘ ਅੰਗਰੇਜ਼ਾਂ ਦੇ ਮਤਹਿਤ ਸੀ, ਅਧੀਨ ਸੀ। ਇਹਨੇ ਹਮਲਾ ਕੀਤਾ, ਬੜਾ ਭਾਰੀ ਗਹਿ ਗੱਚ ਜੰਗ ਹੋਇਆ। ਉਸ ਜੰਗ ਦੇ ਦੌਰਾਨ ਲੜਦਿਆਂ ਲੜਦਿਆਂ ਬਾਬਾ ਹਨੂਮਾਨ ਸਿੰਘ ਜੀ ਰਾਜਪੁਰੇ ਤੋਂ ਹੁੰਦਿਆਂ ਹੋਇਆਂ ਪਹਿਲਾਂ ਕੜਾਮ ਤੱਕ ਗਏ, ਫਿਰ ਰਾਜਪੁਰੇ ਵੱਲੋਂ ਵਧੇ ਔਰ ਸਿੰਘ ਸ਼ਹੀਦਾਂ ਜਿੱਥੇ ਸੁਹਾਣਾ ਸਾਹਿਬ ਬਾਬਾ ਜੀ ਦਾ ਸਥਾਨ ਹੈ, ਉਸ ਜਗ੍ਹਾ ਤੇ ਜਾ ਕੇ ਬਾਬਾ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। 90 ਸਾਲ ਦੀ ਉਮਰ 'ਚ ਜੰਗ ਲੜਿਆ ਸੀ ਬਾਬਾ ਜੀ ਨੇ। ਐਸੇ ਮਹਾਨ ਤਤਵੇਤਾ ਮਹਾਂਪੁਰਖ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਸਤਿ ਸ੍ਰੀ ਅਕਾਲ।
ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜਰਨੈਲ ਭਾਈ ਨਾਨੋ ਜੀ, ਇਮਾਮ ਬਖਸ਼ ਆਦਿਕ ਬਹੁਤ ਸਾਰੇ ਸੂਰਮਿਆਂ ਨੂੰ ਰਣ ਭੂਮੀ 'ਚ ਮਾਰ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਨੇ। ਬੜੀ ਲਹੂ ਡੋਲਵੀਂ ਜੰਗ ਹੋ ਰਹੀ ਹੈ। ਉਧਰੋਂ ਸੂਬੇ ਜਲੰਧਰ ਦਾ ਇੱਕ ਲੜਕਾ ਹੈ ਨਬੀ ਬਖਸ਼, ਉਹਨੂੰ 2000 ਫੌਜ ਦੇ ਕੇ ਔਰ ਚੰਦੂ ਦੇ ਲੜਕੇ ਕਰਮਚੰਦ ਨੂੰ, ਭਗਵਾਨ ਦਾਸ ਘੇਰੜ ਦੇ ਪੁੱਤਰ ਰਤਨ ਚੰਦ ਨੂੰ 1000 ਫੌਜ ਦਾ ਜਥਾ ਦੇ ਕੇ ਤਕਰੀਬਨ 4000 ਫੌਜ ਦੇ ਕੇ ਤੋਰਿਆ ਰਣ ਭੂਮੀ ਵੱਲ। ਇਧਰੋਂ ਸਤਿਗੁਰੂ ਜੀ ਦੇ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਭਾਈ ਪਰਾਗਾ ਜੀ ਔਰ ਭਾਈ ਸਾਹਿਬ ਭਾਈ ਤਿਲਕੂ ਜੀ ਆਦਿਕ ਬਹੁਤ ਸਾਰੇ ਯੋਧੇ ਜੰਗ ਦੇ ਮੈਦਾਨ ਵਿੱਚ ਅੱਗੇ ਵੱਧ ਕੇ ਲੜ ਰਹੇ ਨੇ। ਪਰ ਦੁਸ਼ਮਣ ਦਾ ਹੱਲਾ ਬਹੁਤ ਜ਼ੋਰ ਦਾ ਹੈ, ਕਿਉਂਕਿ ਹੁਣ ਜਿਹੜੀ 10,000 ਫੌਜ ਰਹਿ ਗਈ ਸੀ, 15,000 ਚੋਂ 5,000 ਮਾਰੇ ਜਾ ਚੁੱਕੇ ਨੇ ਸਤਿਗੁਰਾਂ ਦੇ ਯੋਧਿਆਂ ਹੱਥੋਂ। 4000 ਫੌਜ ਲੈ ਕੇ ਨਬੀ ਬਖਸ਼, ਕਰਮਚੰਦ ਤੇ ਰਤਨਚੰਦ ਅੱਗੇ ਆਏ ਨੇ। ਬਾਕੀ ਦੀ 6000 ਫੌਜ ਨੂੰ ਆਪਣੇ ਨਾਲ ਲੈ ਕੇ ਅਬਦੁਲ ਖਾਨ ਅੱਗੇ ਵਧ ਰਿਹਾ ਹੈ। 10,000 ਫੌਜ ਨੇ ਇੱਕੋ ਵੇਰੀ ਓਰਡ ਹਮਲਾ ਬੋਲ ਦਿੱਤਾ ਹੈ। ਪਾਤਸ਼ਾਹ ਦੇ ਯੋਧੇ ਜਿਵੇਂ ਲੜ ਰਹੇ ਨੇ, ਮੁਕਾਬਲਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ, ਇਹ ਧਰਮ ਯੁੱਧ ਦੀ ਕਥਾ ਹੈ ਗੁਰੂ ਖਾਲਸਾ ਜੀ। ਇਹ ਉਹ ਯੁੱਧ ਹੈ ਜਿਸ ਯੁੱਧ ਦੀ ਦਾਤ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਚਰਨਾਂ 'ਚੋਂ ਮੰਗੀ ਹੈ। ਧਰਮ ਯੁੱਧ ਕੇ ਚਾਏ ਅਵਰ ਬਾਸਨਾ ਨਾਹੇ ਪ੍ਰਭ, ਧਰਮ ਯੁੱਧ ਕੇ ਚਾਏ। ਕਲਗੀਧਰ ਜੀ ਨੇ ਬਚਨ ਲਿਖੇ ਹੈ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ। ਇਹ ਧਰਮ ਯੁੱਧ ਦਾ ਚਾਅ ਯੋਧਿਆਂ ਦੇ ਹਿਰਦੇ 'ਚ ਹੁੰਦਾ ਹੈ। ਉਸ ਚਾਅ ਦੇ ਨਾਲ ਸਤਿਗੁਰੂ ਜੀ ਦੇ ਯੋਧੇ ਰਣ ਭੂਮੀ 'ਚ ਰਣ ਤੱਤੇ ਵਿੱਚ ਲੜ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਉਹਨਾਂ ਸਮਸਤ ਮਹਾਂਪੁਰਖਾਂ ਸ਼ਹੀਦਾਂ ਨੂੰ ਆਪਣੇ ਹਿਰਦੇ 'ਚ ਯਾਦ ਕਰਦਿਆਂ, ਤਿਨਾਂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ, ਭਾਈ ਨਾਨੋ ਜੀ ਵਰਗੇ ਮਹਾਂਪੁਰਖ ਜੋ ਜੰਗ ਦੇ ਮੈਦਾਨ 'ਚ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦ ਦੇ ਰੁਤਬੇ ਨੂੰ ਪ੍ਰਾਪਤ ਹੋਏ ਨੇ, ਭੱਟ ਮਥੁਰਾ ਜੀ ਵਰਗੇ ਮਹਾਂਪੁਰਖ ਜੋ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸ਼ਹੀਦੀ ਰੁਤਬੇ ਨੂੰ ਪ੍ਰਾਪਤ ਹੋਏ ਨੇ, ਉਹਨਾਂ ਸਮਸਤ ਮਹਾਂਪੁਰਖਾਂ ਸ਼ਹੀਦਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ, ਤਿਨਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੁੰਦਪ ਬਜੇ ਅਨੇਕਈ, 10 ਸਹਸਰ ਵੱਡ ਸੈਨ। 10,000 ਸਹੰਸਰ ਕਹਿੰਦੇ ਨੇ ਹਜ਼ਾਰ ਨੂੰ। 10,000 ਦੀ ਬਹੁਤ ਵੱਡੀ ਫੌਜ ਚੜ੍ਹ ਕੇ ਆਈ। ਬਹੁਤ ਸਾਰੇ ਨਗਾਰੇ ਨਾਲ ਵੱਜੇ ਹਨ, ਜਿਨ੍ਹਾਂ ਨਾਲ ਆਕਾਸ਼ ਗੂੰਜਿਆ ਹੈ। ਉਮੜੀ ਆਵਤ ਜੰਗ ਕੋ, ਬਿਧੀ ਚੰਦ ਪਿਖ ਨੈਣ। 10,000 ਫੌਜ ਜੰਗ ਲੜਨ ਵਾਸਤੇ ਰਣ ਭੂਮੀ ਵੱਲ ਵੱਧ ਕੇ ਆ ਰਹੀ। ਉਹ ਰਣ ਭੂਮੀ ਜੋ ਸਿੱਖਾਂ ਨੇ ਆਪਣੇ ਕਬਜ਼ੇ ਕਰ ਲਈ ਸੀ। ਤੁਰਕਾਂ ਦੇ ਇਮਾਮ ਬਖਸ਼ ਯੋਧੇ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਉਹ ਰਣ ਭੂਮੀ ਆਪਣੇ ਜ਼ੇਰ ਕਰ ਲਈ ਸੀ। ਉਸ ਰਣ ਭੂਮੀ ਨੂੰ ਛਡਾਉਣ ਵਾਸਤੇ ਤੁਰਕਾਂ ਦੀ 10,000 ਫੌਜ ਚੜ੍ਹ ਕੇ ਆਈ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੇਖਿਆ ਹੈ। ਨਿਸ਼ਾਨੀ ਚੰਦ ਪਿਖਿਓ ਪਿਰਾਗਾ, ਨਿਕਟ ਨਿਜ ਤਿਸ ਕੋ ਸਮਝਾਇਓ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਦੁਸ਼ਮਣ ਦੀ ਫੌਜ ਆ ਗਈ ਹੈ ਸਾਰੀ, ਤਾਂ ਆਪਣੇ ਨੇੜੇ ਖੜੇ ਭਾਈ ਸਾਹਿਬ ਭਾਈ ਪਰਾਗਾ ਜੀ, ਜੋ ਬੜੇ ਮਹਾਨ ਯੋਧੇ ਸੂਰਮੇ ਸਨ। ਭਾਈ ਪਰਾਗਾ ਜੀ ਇਹ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਮਹਾਂਪੁਰਖ ਸਨ। ਤੋ ਭਾਈ ਸਾਹਿਬ ਭਾਈ ਪਰਾਗਾ ਜੀ ਨੂੰ ਆਪਣੇ ਕੋਲ ਖੜਿਆਂ ਵੇਖ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਬੋਲੇ, ਕਹਿਣ ਲੱਗੇ, ਕਰੋ ਸ਼ੀਘਰਤਾ ਜਾਓ ਅਬ ਗੁਰ ਕੀ ਟਿਗ ਤਾਇਓ। ਭਾਈ ਪਰਾਗਾ ਜੀ ਨੂੰ ਸਮਝਾਇਆ ਤੇ ਆਖਿਆ, ਭਾਈ ਪਰਾਗਾ ਜੀ ਜਾਓ ਸ਼ੀਘਰਤਾਈ। ਸ਼ੀਘਰਤਾਈ ਦਾ ਮਤਲਬ ਹੁੰਦਾ ਛੇਤੀ, ਜਲਦੀ ਦੇ ਨਾਲ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾਓ ਤੇ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੋ। ਆਗੇ ਆਵਤ ਬਾਹਿਨੀ
ਸਭ ਜ਼ੋਰ ਲਗਾਏ। ਛੇਵੇਂ ਪਾਤਸ਼ਾਹ ਜੀ ਨੂੰ ਜਾ ਕੇ ਦੱਸੋ ਕਿ ਦੁਸ਼ਮਣਾਂ ਦੀ ਸਾਰੀ ਫੌਜ ਓਰੜ ਨੂੰ ਆ ਗਈ ਹੈ। 10,000 ਫੌਜ ਜਿਹੜੀ ਰਹਿ ਗਈ ਆ ਉਹ ਸਾਰੇ ਹੀ ਆਣ ਢੁਕੇ ਨੇ, ਰਣ ਭੂਮੀ ਵਿੱਚ ਅੱਗੇ ਆ ਕੇ ਹਮਲਾ ਕਰਨ ਵਾਸਤੇ ਵੱਧ ਰਹੇ ਨੇ। ਪਾਚੇ ਅਬਦੁਲ ਖਾਨ ਫਰਰੀ ਛੁਟਵਾਏ। ਸਤਿਗੁਰੂ ਜੀ ਨੂੰ ਦੱਸੋ ਕਿ 10,000 ਫੌਜ ਉਹਨੇ ਮੂਹਰੇ ਕੀਤੀ ਹੋਈ ਹੈ ਤੇ ਪਿਛਲੇ ਪਾਸੇ ਅਬਦੁਲ ਖਾਨ ਆਪ ਵੀ ਨਾਲ ਚੜ ਕੇ ਆ ਰਿਹਾ ਹੈ, ਜਿਹਨੇ ਨਿਸ਼ਾਨ ਆਪਣੇ ਚੁਲਾ ਦਿੱਤੇ ਨੇ। ਨਿਸ਼ਾਨਾਂ ਦੇ ਜਿਹੜੇ ਫਰਲੇ ਨੇ, ਫਰਲਾ ਕਿਹੜਾ ਹੁੰਦਾ ਹੈ? ਜੋ ਨਿਸ਼ਾਨ ਸਾਹਿਬ ਦਾ ਪਤਾਕਾ ਹੁੰਦਾ ਨਾ ਝੂਲਦਾ ਹੋਇਆ, ਨੂੰ ਫਰਲਾ ਕਹਿੰਦੇ ਹਨ। ਕਹਿੰਦੇ ਆਪਣੇ ਆਪਣੇ ਨਿਸ਼ਾਨਾਂ ਦੇ ਜਿਹੜੇ ਹੈਦਰੀ ਨਿਸ਼ਾਨ ਨੇ ਅਬਦੁੱਲੇ ਦੇ, ਉਹਨਾਂ ਹੈਦਰੀ ਨਿਸ਼ਾਨਾਂ ਦੇ ਫਰਲੇ ਚਲਾਉਂਦਾ ਹੋਇਆ ਉਹ ਵੱਧ ਕੇ ਆ ਰਿਹਾ ਹੈ। ਜੰਗ ਅੰਤ ਕੋ ਚੈਤਿਐ ਪ੍ਰੀਰੀ ਸਭ ਕਾਲਾ। ਮਹਾਰਾਜ ਹੋਣੇ ਅੰਤ ਦਾ ਜੰਗ ਚਾਹੁੰਦੇ ਐ। ਇਹ ਸਭ ਕਾਲ ਦੇ ਪ੍ਰੇਰੇ ਹੋਏ ਵੱਧ ਕੇ ਅੱਗੇ ਆ ਰਹੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਆਵਾਜ਼ਾਂ ਮਾਰ ਕੇ ਲੈ ਕੇ ਆ ਰਹੀ ਹੈ। ਧੂਰ ਉੱਡਿਓ ਪੂਰੀ ਹੋ ਗਗਨ ਜਨ ਘਟਾ ਵਿਸਾਲਾ। ਮਹਾਰਾਜ ਜੀ 10,000 ਫੌਜ ਦੇ ਪੈਰਾਂ ਤੇ ਘੋੜਿਆਂ ਦੇ ਪੈਰਾਂ ਦੇ ਨਾਲ ਧੂੜ ਉੱਡ ਕੇ ਆਕਾਸ਼ ਨੂੰ ਜਾ ਚੜੀ ਹੈ। ਵੇਖੋ ਕਿਵੇਂ ਘਟਾ ਛਾ ਗਈ ਹੈ, ਚਾਰੇ ਪਾਸੇ ਨਜ਼ਰ ਆਉਂਦੀ ਹੈ। ਸੁਧ ਦੀਜੇ ਸਤਿਗੁਰੂ ਕੋ ਮਾਚੇ ਕਮਸਾਨਾ। ਭਾਈ ਪਰਾਗਾ ਜੀ ਤੁਸੀਂ ਜਾ ਕੇ ਸਤਿਗੁਰਾਂ ਨੂੰ ਇਹ ਸੁਧ ਦੇ ਦਿਓ ਕਿ ਹੁਣ ਤਾਂ ਬਸ ਜਿਵੇਂ ਅੰਤ ਦਾ ਹੀ ਜੰਗ ਹੋਣਾ ਹੈ, ਕਿਉਂਕਿ ਬਹੁਤ ਭਿਆਨਕ ਹੁਣ ਘਮਾਸਾਨ ਜੰਗ ਮਚਣਾ ਹੈ। ਸਾਰੀ ਫੌਜ ਹੀ ਢੁੱਕ ਕੇ ਆ ਰਹੀ ਹੈ। ਜਿਉ ਰਜਾਏ ਹੋਏ ਰਾਵਰੀ ਮਾਰੇ ਤੁਰਕਾਨਾ। ਸਤਿਗੁਰਾਂ ਦੀ ਆਗਿਆ ਜਿਵੇਂ ਹੋਵੇ ਅਸੀਂ ਉਸੇ ਤਰ੍ਹਾਂ ਤੁਰਕਾਂ ਨੂੰ ਮਾਰੀਏ। ਜਿਵੇਂ ਚੜ ਕੇ ਆ ਰਹੇ ਨੇ, ਇਹਨਾਂ ਚੜ ਕੇ ਆਇਆਂ ਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦਈਏ। ਉਹਦੇ ਲਈ ਸਤਿਗੁਰਾਂ ਦੀ ਆਗਿਆ ਚਾਹੀਦੀ ਹੈ। ਉਹਨਾਂ ਦੀ ਕੀ ਆਗਿਆ ਹੈ, ਕੀ ਵਿਉਂਤਬੰਦੀ ਹੈ, ਕਿਸ ਤਰੀਕੇ ਨਾਲ ਰਣ ਭੂਮੀ 'ਚ ਇਹਨਾਂ ਦੁਸ਼ਮਣਾਂ ਨੂੰ ਮਾਰੀਏ। ਸੁਨਤ ਪਿਰਾਗਾ ਤਬ ਗਿਓ ਲੈ ਦਸਕ ਸੌਰਾ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਪਰਾਗਾ ਜੀ ਗਏ। ਆਪਣੇ ਨਾਲ 10 ਸੂਰਮੇ ਲੈ, ਰਣ ਭੂਮੀ ਹੈ ਇਸ ਕਰਕੇ 10 ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਭਾਈ ਪਰਾਗਾ ਜੀ ਸਤਿਗੁਰਾਂ ਨੂੰ ਖਬਰ ਦੇਣ ਗਏ ਹਨ। ਜਿਸ ਥਲ ਮੈਂ ਸ਼੍ਰੀ ਸਤਿਗੁਰੂ ਹਰ ਗੋਬਿੰਦ ਸੂਰਾ। ਛੇਵੇਂ ਪਾਤਸ਼ਾਹ ਜੀ ਪਿਛਲੇ ਪਾਸੇ ਕੁੱਚੇ ਟਿੱਬੇ ਤੇ ਆਸਣ ਲਾ ਕੇ ਰਣ ਭੂਮੀ ਵੇਖ ਰਹੇ ਸਨ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਨ ਸੂਰਮੇ ਯੋਧੇ ਬਿਰਾਜਮਾਨ ਸਨ। ਉੱਥੇ ਭਾਈ ਪਰਾਗਾ ਜੀ ਚੱਲ ਕੇ ਆਏ। ਹਾਥ ਬੰਦ ਬੰਧਨ ਕਰੀ ਸਭ ਦਸ਼ਾ ਸੁਨਾਈ। ਹੱਥ ਬੰਨ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਰਣ ਭੂਮੀ ਦਾ ਜਿਹੜਾ ਮਾਹੌਲ ਹੈ, ਜੋ ਇੱਕ ਸੂਰਮੇ ਦਾ ਕਰਤੱਵ ਬਣਦਾ ਵੀ ਆਪਣੇ ਆਗੂ ਨੂੰ ਜਾ ਕੇ ਦੱਸਣਾ, ਆਪਣੇ ਸਿਪਾਹੀ ਸਲਾਰ ਨੂੰ, ਸਰਦਾਰ ਨੂੰ ਰਣ ਭੂਮੀ ਦਾ ਮੁਆਇਨਾ ਕਰਕੇ ਉੱਥੇ ਦੀ ਸਾਰੀ ਘਾਟਵਾਦ ਦੱਸਣੀ। ਭਾਈ ਪਰਾਗਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੱਸਣ ਲੱਗੇ ਹਨ। ਅਬਦੁਲ ਖਾਂ ਅਬ ਆਪ ਹੀ ਆਇਓ ਅਗਵਾਈ। ਆਖਿਆ ਹੈ ਗਰੀਬ ਨਵਾਜ, ਅਬਦੁਲ ਖਾਨ ਹੁਣ ਆਪ ਹੀ ਆ ਗਿਆ ਚੜ ਕੇ। ਪਹਿਲਾਂ ਤਾਂ ਆਪਣੇ ਜਰਨੈਲ ਭੇਜਦਾ ਸੀ, ਜਿਹਦੇ ਚੋਂ 5 ਜਰਨੈਲ ਉਹਦੇ ਰਣ ਭੂਮੀ 'ਚ ਮਾਰੇ ਜਾ ਚੁੱਕੇ ਨੇ। ਹੁਣ ਉਹਨੇ ਆਪ ਹੀ ਚੜ੍ਹਾਈ ਕੀਤੀ ਆ, ਆਪ ਹੀ ਲੜਨ ਵਾਸਤੇ ਆ ਰਿਹਾ ਹੈ। ਚੜੀ ਫੌਜ ਸਮ ਘਟਾ ਕੇ ਆਵਤੀ ਉਮਡਾਈ। ਮਹਾਰਾਜ ਦੁਸ਼ਮਣ ਦੀਆਂ ਫੌਜਾਂ, ਅਬਦੁਲ ਖਾਨ ਦੀਆਂ ਫੌਜਾਂ ਹੁਣ ਚੜ ਕੇ ਆ ਰਹੀਆਂ। ਇਉਂ ਜਾਪਦਾ ਜਿਵੇਂ ਕਾਲੇ ਰੰਗ ਦੀ ਘਟਾ ਹੀ ਚੜ ਕੇ ਆ ਗਈ ਹੋਵੇ। ਇਉਂ ਜਾਪਦਾ ਜਿਵੇਂ ਬੱਦਲਾਂ ਦੀਆਂ ਡਾਰਾਂ ਚੜ ਕੇ ਆ ਗਈਆਂ ਹੋਣ। ਤਿਆਗੋ ਤੀਰ ਸਮੀਰ ਸਮ ਜਿਸ ਤੇ ਮਿਟ ਜਾਈ। ਇਹ ਜਿਹੜੀ ਬੱਦਲਾਂ ਦੀ ਘਟਾ ਚੜ ਕੇ ਆਈ ਹੈ ਗਰੀਬ ਨਵਾਜ, ਇਹ ਤਾਂ ਮੁੜੇਗੀ ਜੇ ਅੱਗੋਂ ਹਵਾ ਚੱਲੇ। ਜੇ ਅੱਗੋਂ ਹਵਾ ਚੱਲੇ ਤੇ ਜਿੱਧਰੋਂ ਆਉਂਦੀ ਡਾਰ ਉਧਰ ਨੂੰ ਹੀ ਚਲੀ ਜਾਂਦੀ ਹੈ। ਤੇ ਹਵਾ ਚੱਲੇਗੀ ਤੁਹਾਡੇ ਤੀਰਾਂ ਦੀ। ਆਪਣੇ 4 ਉਂਗਲੇ ਖਪਰੇ ਤੀਰ ਚਲਾਓ, ਸ਼ਮੀਰ ਵਾਂਗੂ, ਹਵਾ ਵਾਂਗੂ ਅੱਗੋਂ ਚੱਲਣ। ਤੇ ਇਹ ਦੁਸ਼ਮਣਾਂ ਦੀ ਜਿਹੜੀ ਡਾਰ ਚੜ ਕੇ ਆ ਰਹੀ ਹੈ ਬੱਦਲਾਂ ਵਾਂਗੂ ਘਟਾ, ਇਹ ਵਾਪਸ ਪਿੱਛੇ ਨੂੰ ਪਰਤ ਜਾਵੇ। ਸੁਨ ਕਰ ਸ਼੍ਰੀ ਗੁਰ ਨੀਰ ਸੋ ਕਰ ਚਰਨ ਪਖਾਰੇ। ਛੇਵੇਂ ਪਾਤਸ਼ਾਹ ਜੀ ਨੇ ਸੁਣਿਆ ਤੇ ਉੱਠ ਖਲੋਤੇ, ਆਪਣੇ ਆਸਣ ਤੋਂ ਜਲ ਮੰਗਾਇਆ ਤੇ ਜਲ ਵਰਤਿਆ। ਗਰੀਬ ਨਵਾਜ ਜੀ ਨੇ ਆਪਣੇ ਹੱਥ ਪੈਰ ਜਲ ਨਾਲ ਧੋਏ ਹਨ। ਕਰਿਓ ਸੁਚੇਤਾ ਸਕਲ ਬਿਦ ਮੁਚ ਸ਼ਮਸ ਸੁਧਾਰੇ। ਗੁਰਦੇਵ ਨੇ ਸਰੀਰ ਦਾ ਸੁਚੇਤਾ ਯਾਨੀ ਕਿ ਗੜ ਤੋੜਿਆ ਹੈ, ਫਿਰ ਸਰੀਰ ਨੂੰ ਚੰਗੀ ਤਰ੍ਹਾਂ ਸੁਧਾਰਿਆ। ਜਲ ਕਿਉਂਕਿ ਸਵੇਰ ਤੋਂ ਲੜ ਰਹੇ ਸਨ
ਤੇ ਜਲ ਵਰਤਣਾ ਸੀ। ਚਿਹਰੇ ਤੇ ਪਾਤਸ਼ਾਹ ਨੇ ਜਲ ਪਾਇਆ, ਆਪਣੇ ਮੁਛਹਿਰਿਆਂ ਤੇ ਹੱਥ ਫੇਰਿਆ ਤੇ ਮੁਛਹਿਰੇ ਚੜਾਏ ਹਨ। ਪੈਰੇ ਬਸਤਰ ਨਵੀਨ ਸਭ ਕਲਗੀ ਵੱਡ ਸ਼ੋਭੇ। ਗੁਰਦੇਵ ਨੇ ਜਿਹੜੇ ਬਸਤਰ ਪਾਏ ਸਨ ਅੱਜ ਤਨ ਤੇ ਨਵੀਨ ਬਸਤਰ ਨੇ। ਸੀਸ ਉੱਤੇ ਬੜੀ ਸੁੰਦਰ ਜਗ੍ਹਾ ਤੇ ਕਲਗੀ ਸੋਭਨੀਕ ਹੋ ਰਹੀ ਹੈ। ਜਿਗਾ ਬਦੀ ਹੀਰੇ ਬੜੇ ਜਿਨ ਪਿਖ ਮਨ ਲੋਬੇ। ਜਿਹੜੀ ਜਗ੍ਹਾ ਸਤਿਗੁਰਾਂ ਨੇ ਸੀਸ ਤੇ ਬੰਨੀ ਆ ਉਹਦੇ ਚ ਹੀਰੇ ਜੜੇ ਹੋਏ ਨੇ। ਜਿਹੜਾ ਵੇਖਦਾ ਉਹਦਾ ਮਨ ਲੁਭਾਏਮਾਨ ਹੋ ਜਾਂਦਾ ਹੈ। ਚੰਦਰਹਾਸ ਚੋਰਾ ਰੁਚਿਰ ਲੈ ਕਰ ਘਰ ਪਾਇਓ। ਚੰਦਰਹਾਸ ਕਹਿੰਦੇ ਨੇ ਤੇਗੇ ਨੂੰ, ਚੌੜਾ ਤੇਗਾ ਜਿਹੜਾ ਹੁੰਦਾ ਉਹ ਲੈ ਕੇ ਪਾਤਸ਼ਾਹ ਨੇ ਆਪਣੇ ਗਾਤਰੇ ਧਾਰਨ ਕੀਤਾ ਹੈ। ਤਰਕਸ਼ ਜਰਿਓ ਜਵਾਹਰਨ ਜ਼ਾਹਰ ਦਮਕਾਇਓ। ਜਿਹੜਾ ਤੀਰਾਂ ਦਾ ਪੱਥਾ ਸਤਿਗੁਰਾਂ ਨੇ ਮੋਢਿਆਂ ਤੇ ਧਾਰਨ ਕੀਤਾ ਹੋਇਆ ਉਹਦੇ ਵਿੱਚ ਵੀ ਕੀਮਤੀ ਜਵਾਹਰਾਤ ਹੀਰੇ ਤੇ ਨਗ ਜੜੇ ਹੋਏ। ਹਾਥੀ ਦੇ ਦੰਦ ਦਾ ਬਣਿਆ ਹੋਇਆ ਉਹ ਤੀਰਾਂ ਦਾ ਪੱਥਾ ਹੈ ਜਿਹਦੇ ਵਿੱਚ ਗੁਰਦੇਵ ਨੇ ਤੀਰ ਭਰੇ ਹੋਏ ਹਨ। ਤੀਚਨ ਪੀਚਨ ਤੀਰ ਗਨ ਈਚਨ ਤੇਰੇ। ਕਹਿੰਦੇ ਤੀਰ ਵੀ ਬੜੇ ਤਿੱਖੇ, ਬੜੇ ਭਿਆਨਕ, ਬੜੇ ਡਰਾਵਣੇ ਉਹ ਤੀਰ ਮਹਾਰਾਜ ਜੀ ਨੇ ਆਪਣੇ ਪੱਥੇ 'ਚ ਭਰੇ ਹਨ। ਖੱਪਰੇ ਸਰਪ ਸਮਾਨ ਜੇ ਪਰ ਲੀਨ ਕਨੇਰੇ। ਖੱਪਰੇ ਤੀਰ ਬਹੁਤੇ ਨੇ ਸਤਿਗੁਰਾਂ ਦੇ ਪੱਥੇ ਵਿੱਚ ਜਿਹੜੇ ਉੱਡਣੇ ਸਰਪਾਂ ਵਾਂਗੂ ਜਾ ਕੇ ਵੈਰੀਆਂ ਦੀਆਂ ਹਿੱਕਾਂ ਨੂੰ ਚੀਰ ਦੇਣ ਵਾਲੇ ਨੇ। ਘਰ ਮੈਂ ਪਾਏ ਨਿਖਾਂਗੇ ਅਸ ਪੁਨ ਸਿਪਰ ਸੰਭਾਰੀ। ਇਹੋ ਜਿਹਾ ਤੀਰਾਂ ਦਾ ਪੱਥਾ ਗੁਰਦੇਵ ਨੇ ਆਪਣੇ ਤਨ ਤੇ ਧਾਰਿਆ, ਮੁੜ ਕੇ ਫਿਰ ਆਪਣੀ ਢਾਲ ਸੰਭਾਲੀ ਹੈ। ਸ਼ੋਭਤ ਪਾਏ ਸਿਕੰਦ ਤਰ ਬਦਲੀਨ ਪਿਚਾਰੀ। ਔਰ ਗਰੀਬ ਨਵਾਜ ਪਾਤਸ਼ਾਹ ਨੇ ਕਮਾਨ ਵੀ ਮੋਢੇ ਤੇ ਧਾਰਨ ਕੀਤੀ ਹੈ। ਇੱਕ ਮੋਢੇ ਤੇ ਢਾਲ ਪਿਛਲੇ ਪਾਸੇ ਧਾਰਨ ਕਰਕੇ ਤਿਆਰ ਬਰ ਤਿਆਰ ਹੋਏ ਹਨ। ਫੱਟੀ ਦਵੈ ਚੋਰੀ ਅਧਿਕ ਦਿੜ ਮੁਸ਼ਟ ਵਿਸਾਲਾ। ਜਿਹੜੀ ਕਮਾਨ ਮਹਾਰਾਜ ਜੀ ਨੇ ਪਕੜੀ ਹੈ ਕਹਿੰਦੇ 4 ਉਂਗਲ ਚੌੜੀ ਫੱਟੀ, ਚੌੜੀ ਫੱਟੀ ਵਾਲੀ ਹੈ। ਔਰ ਜਿੱਥੋਂ ਮੁੱਠ ਤੋਂ ਪਕੜੀਦਾ ਉਹ ਮੁੱਠ ਤਨਖ ਦੀ ਕਮਾਨ ਦੀ ਬਹੁਤ ਹੀ ਮਜ਼ਬੂਤ ਹੈ। ਚਾਮੀ ਕਰਤੇ ਲਿਪਤ ਸਭ ਦੀਪਤ ਦੁਤੀ ਜਾਲਾ। ਕਹਿੰਦੇ ਜਿੱਥੋਂ ਮੁੱਠ ਤੋਂ ਪਕੜਦੇ ਆ ਨਾ ਕਮਾਨ ਉਹਦੇ ਤੇ ਸੋਨਾ ਲਾਇਆ ਹੋਇਆ ਕਮਾਨ ਤੇ ਗੋਛੇ ਜਿਹੜੇ ਉੱਪਰਲੇ ਪਾਸੇ ਸਿਰੇ ਹੁੰਦੇ ਆ ਜਿੱਥੇ ਤੰਦੀ ਚਾੜੀ ਜਾਂਦੀ ਹੈ ਕਹਿੰਦੇ ਉੱਥੇ ਵੀ ਸੋਨਾ ਲਾਇਆ ਹੋਇਆ। ਬੜੀ ਸੁੰਦਰ ਕਮਾਨ ਮਹਾਰਾਜ ਸੱਚੇ ਪਾਤਸ਼ਾਹ ਦੀ 9 ਟੰਕਾ ਕਮਾਨ ਹੈ। ਗਾਡੇ ਜੁਗ ਗੋਸ਼ੇ ਬੜੇ ਪੈ ਬੋ ਲਪਟਾਏ। ਕਹਿੰਦੇ ਗਾਡੇ 2 ਗੋਸ਼ੇ, ਗੋਸ਼ੇ ਦਾ ਮਤਲਬ ਹੁੰਦਾ ਜਿਹੜੇ 2 ਸਿਰੇ ਹੁੰਦੇ ਨੇ ਕਮਾਨ ਦੇ ਜਿੱਥੇ ਰੱਸੀ ਪਾਉਂਦੇ ਆ, ਤੰਦੀ ਪਾਉਂਦੇ ਆ, ਉਹ ਬੜੇ ਮਜ਼ਬੂਤ ਹਨ। ਉਹਨਾਂ ਉੱਤੇ ਵੀ ਬੜੇ ਕੀਮਤੀ ਨਗ ਜੜੇ ਹੋਏ ਹਨ। ਕਾਰੀਗਰ ਰਾਖੇ ਨਿਕਟ ਕਹਿ ਕਰ ਕਰਵਾਏ। ਗਰੀਬ ਨਵਾਜ ਜੀ ਨੇ ਕਾਰੀਗਰ ਰੱਖੇ ਹੋਏ ਸੀ ਆਪਣੇ ਕੋਲ ਜਿਹੜੇ ਸ਼ਸਤਰ ਅਸਤਰ ਬਣਾਉਣ ਵਾਲੇ, ਔਰ ਉਹਨਾਂ ਨੂੰ ਬਕਾਇਦਾ ਕਹਿ ਕੇ ਆਪਣੀ ਮਰਜ਼ੀ ਮੁਤਾਬਕ ਸਤਿਗੁਰੂ ਜੀ ਤੀਰ ਬਣਵਾਉਂਦੇ ਹਨ। ਆਪਣੀ ਮਰਜ਼ੀ ਮੁਤਾਬਕ ਕਮਾਨਾਂ ਤੇ ਤਲਵਾਰਾਂ ਤਿਆਰ ਕਰਾਉਂਦੇ ਹਨ। ਦੀਰਘ ਘੋਰ ਕਠੋਰ ਵੱਡ ਜਿਸ ਖਿਚੈ ਨ ਕੋਈ। ਕਹਿੰਦੇ ਇਹੋ ਜੀ ਕਮਾਨ ਦੀਰਘ ਤੇ ਮਜ਼ਬੂਤ ਹੈ ਜਿਹਨੂੰ ਆਮ ਬੰਦਾ ਖਿੱਚ ਨਹੀਂ ਸਕਦਾ। ਖਿੱਚਣੀ ਤਾਂ ਪਾਸੇ ਚੁੱਕ ਨਹੀਂ ਸਕਦਾ, ਇੰਨਾ ਉਹਦਾ ਵਜਨ ਹੈ ਕਮਾਨ ਦਾ। ਤੇ ਕਹਿੰਦੇ ਕੋਈ ਉਸ ਤੰਦੀ ਨੂੰ ਖਿੱਚ ਨਹੀਂ ਸਕਦਾ। ਗਿਣਤੀ ਟੰਕਨ ਕੀ ਨਾ ਕੁਛ ਦਿੜ ਚਹਿ ਸੰਜੋਈ। ਕਹਿੰਦੇ ਜਿੰਨੇ ਟੰਕ ਦੀ ਉਹ ਤਨਖ ਹੈ ਉਹਦੀ ਗਿਣਤੀ ਨਹੀਂ ਹੁੰਦੀ। 9 ਟੰਕਾ ਤਨਖ ਕਹਿ ਦਿੰਨੇ ਆ, ਪਰ ਭਾਈ ਸਾਹਿਬ ਕਹਿੰਦੇ ਆ ਵੀ ਇਹ ਜਿਹੜੀ ਕਮਾਨ ਹੈ ਇਹਦੇ ਟੰਕਾਂ ਦੀ ਵੀ ਗਿਣਤੀ ਕੋਈ ਨਹੀਂ ਹੈ। ਬੜੀ ਮਜ਼ਬੂਤ, ਜਿਹੜੀ ਸੰਜੋ ਨੂੰ ਵੀ ਚੀਰ ਕੇ ਨਿਕਲ ਜਾਏ ਤੀਰ, ਇਹਨਾਂ ਇਹਦੇ ਵਿੱਚੋਂ ਤਿੱਖਾ ਚੱਲਣ ਵਾਲਾ ਹੈ। ਜਗਤ ਵਿਖੇ ਦੂਜਾ ਨਾ ਕੋ ਐਚੇ ਬਲ ਲਾਏ। ਕਹਿੰਦੇ ਇਸ ਪੂਰੇ ਸੰਸਾਰ ਭਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਐਸਾ ਕੋਈ ਦੂਸਰਾ ਨਹੀਂ ਜਿਹੜਾ ਇਸ ਕਮਾਨ ਦੀ ਤੰਦੀ ਖਿੱਚ ਕੇ ਨੂੰ ਚਲਾਉਣ ਦੀ ਤਾਕਤ ਰੱਖਦਾ ਹੋਵੇ। ਇਹ ਕਮਾਨ ਕੇਵਲ ਗੁਰੂ ਹਰਗੋਬਿੰਦ ਸਾਹਿਬ ਆਪ ਆਪਣੇ ਪਵਿੱਤਰ ਦਸਤ ਕਮਲਾਂ ਦੇ ਨਾਲ ਚਲਾ ਸਕਦੇ ਹਨ। ਲਿਓ ਸਰਾਸਨ ਹਾਥ ਅਸ ਗੁਣ ਜਾਏ ਸੁਨਾਏ। ਕਹਿੰਦੇ ਇਹੋ ਜੀ ਤਨਖ ਮਹਾਰਾਜ ਜੀ ਨੇ ਹੱਥ 'ਚ ਫਕੜੀ ਆ ਜਿਹਦੇ ਗੁਣ ਤੁਹਾਨੂੰ ਸਰਵਣ ਕਰਾਏ ਨੇ। ਸਰ ਮੋਟੇ ਪਰ ਕੰਕ ਕੋ ਖਪਰੇ ਬਹੁਤ ਤੀਖੇ। ਤੇ ਕਹਿੰਦੇ ਜਿਹੜੇ ਤੀਰ ਨੇ ਉਹ ਵੀ ਮੋਟੇ ਮੋਟੇ ਹਨ, ਸਰ ਮੋਟੇ,
ਪਿੱਛੇ ਜਿਹੜੇ ਖੰਭ ਲੱਗੇ ਨੇ ਤੀਰਾਂ ਦੀ, ਜਿਹੜੀ ਪਿਛਲਾ ਸਿਰਾ ਹੁੰਦਾ ਬਾਗੜ ਜਿਹਨੂੰ ਕਹਿ ਦਿੰਦੇ ਹਨ, ਕਹਿੰਦੇ ਉਹ ਚਿੱਟੇ ਰੰਗ ਦੀਆਂ ਜਿਹੜੀਆਂ ਚੀਲਾਂ ਹੁੰਦੀਆਂ ਉਹਨਾਂ ਦੇ ਖੰਭ ਲਾਏ ਹੋਏ ਨੇ ਤੇ ਬੜੇ ਤਿੱਖੇ ਤੀਰ ਹਨ। ਜਿਸ ਤੇ ਛੁਟਕਰ ਬੇਗ ਤੇ ਬੜ ਸਰਪ ਸਕੀਰੇ। ਸਤਿਗੁਰਾਂ ਦੀ ਇਸ ਕਮਾਨ ਚੋਂ ਛੁੱਟ ਕੇ ਜਾਣ ਵਾਲੇ ਤੀਰ ਸੱਪਾਂ ਦੇ ਸਰੀਖੇ ਹਨ, ਸੱਪਾਂ ਦੇ ਤੁਲ ਹਨ, ਉੱਡਣੇ ਨਾਗਾਂ ਦੇ ਤੁਲ ਹਨ। ਬੀਦ ਤੇ ਗਨ ਅਰਨ ਕੋ ਪ੍ਰਾਨਨ ਕਰ ਹਾਨਾ। ਔਰ ਇਸ ਕਮਾਨ ਚੋਂ ਨਿਕਲੇ ਹੋਏ ਤੀਰ ਵੈਰੀਆਂ ਦੇ ਸਰੀਰਾਂ ਨੂੰ ਵਿੰਨਣ ਵਾਲੇ ਨੇ। ਕੱਲੇ ਸਰੀਰਾਂ ਨੂੰ ਨਹੀਂ ਵਿੰਨਦੇ, ਜਿਹਦੇ ਸਰੀਰ 'ਚ ਜਾ ਕੇ ਵੱਜਦੇ ਨੇ ਤੀਰ ਉਹਨਾਂ ਦੇ ਪ੍ਰਾਣ ਵੀ ਨਸ਼ਟ ਹੋ ਜਾਂਦੇ, ਉਹਨਾਂ ਦੇ ਪ੍ਰਾਣ ਹਰੇ ਜਾਂਦੇ ਨੇ। ਗੈ ਕਰ ਸ਼੍ਰੀ ਸਤਿਗੁਰ ਬਲੀ ਹੋਏ ਸਾਵਧਾਨਾ। ਇਹੋ ਜੀ ਕਮਾਨ ਪਕੜ ਕੇ ਸਤਿਗੁਰੂ ਬਲੀ ਸਤਿਗੁਰੂ ਜੀ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਖੰਜਰ ਜਮ ਤਰ ਕਮਰ ਸੋ ਪੁਨ ਤਰਿਓ ਤਮਾਂਚਾ। ਕੱਲੇ ਨਹੀਂ ਸ਼ਸਤਰ ਨਹੀਂ, ਕਮਰ ਕੱਸੇ ਦੇ ਸ਼ਸਤਰ ਵੱਖਰੇ ਨੇ। ਇੱਕ ਮੋਢੇ ਤੇ ਢਾਲ ਹੈ, ਤੀਰਾਂ ਦਾ ਪੱਥਾ ਹੈ, ਤਲਵਾਰ ਗਾਤਰੇ ਪਾਈ ਚੌੜੀ ਤੇਗਾ, ਕਮਾਨ ਹੈ ਹੱਥ ਵਿੱਚ, ਤੇ ਕਮਰ ਕੱਸੇ ਦੇ ਵਿੱਚ ਜਿਹੜੇ ਸ਼ਸਤਰ ਨੇ ਉਹ ਵੀ ਸੁਣੋ ਕਿਹੜੇ ਕਿਹੜੇ ਨੇ। ਖੰਜਰਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ। ਇੱਕ ਛੋਟਾ ਖੰਜਰ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਹੈ। ਜਾਮਧਰ ਕਹਿੰਦੇ ਆ ਕਟਾਰ ਨੂੰ। ਇੱਕ ਕਟਾਰ ਮਹਾਰਾਜ ਜੀ ਨੇ ਆਪਣੇ ਕਮਰ ਕੱਸੇ 'ਚ ਧਾਰਨ ਕੀਤੀ ਹੋਈ ਹੈ। ਪੁਨ ਧਰਿਓ ਤਮਾਂਚਾ ਛੋਟਾ ਪਿਸਟਲ ਆਦਿਕ, ਜਿਹੜੇ ਛੋਟੇ ਰਿਵਾਲਵਰ ਆਦਿਕ ਹੁੰਦੇ ਆ ਉਹਨਾਂ ਤਮਾਂਚਾ ਕਹਿ ਦਿੰਦੇ ਆ। ਉਹ ਵੀ ਮਹਾਰਾਜ ਜੀ ਨੇ ਭਰ ਕੇ ਆਪਣੇ ਕਮਰ ਕੱਸੇ ਵਿੱਚ ਰੱਖਿਆ ਹੈ। ਆਨੋ ਬਲੀ ਤੁਰੰਗ ਮਮ ਬੋਲਿਓ ਗੁਰ ਸਾਚਾ। ਕਿਉਂ ਤਿਆਰ ਬਰ ਤਿਆਰ ਹੋ ਕੇ ਸੱਚੇ ਗੁਰਦੇਵ ਨੇ ਹੁਕਮ ਕੀਤਾ, ਲਿਆਓ ਭਾਈ ਸਾਡਾ ਘੋੜਾ, ਘੋੜੇ ਤੇ ਸਵਾਰ ਹੋਈਏ। ਸੁਨਤ ਹੁਕਮ ਕਰ ਸ਼ੀਗਰਤਾ ਆਨਿਓ ਸ਼ਿੰਗਾਰਾ। ਮਹਾਰਾਜ ਜੀ ਦਾ ਸ਼ਿੰਗਾਰਿਆ ਹੋਇਆ ਬੜਾ ਸੋਹਣਾ ਘੋੜਾ, ਜਿਹੜਾ ਲਾਖੇ ਰੰਗ ਦਾ ਕੁਮੈਤ ਰੰਗ ਦਾ ਘੋੜਾ, ਉਹ ਘੋੜਾ ਸੇਵਾਦਾਰ ਲੈ ਕੇ ਆਏ। ਜਾਹਰ ਜਰਤ ਜਵਾਹਰਨ ਜੈ ਜ਼ੀਨ ਸੁਧਾਰਾ। ਤੇ ਘੋੜਾ ਵੀ ਕਿਆ ਬਾਤਾਂ ਨੇ, ਜਿਹੜੀ ਕਾਠੀ ਪਾਈ ਆ ਨਾ ਘੋੜੇ ਤੇ, ਉਹਦੇ ਵਿੱਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ, ਬੜੇ ਕੀਮਤੀ ਹੀਰੇ ਮੋਤੀ ਜੜੇ ਹੋਏ ਨੇ, ਕਾਠੀ ਤੇ ਸੋਨਾ ਮੜਿਆ ਹੋਇਆ ਹੈ। ਲਾਂਗੁਲ ਫੇਰ ਤੇ ਆਵ ਤੋ ਊਚੋ ਕਰ ਗਾਟਾ। ਕਹਿੰਦੇ ਘੋੜਾ ਪੂੰਛ ਫੇਰਦਾ ਆਉਂਦਾ ਆਪਣਾ, ਜਦੋਂ ਤੁਰ ਕੇ ਆਉਂਦਾ ਨਾ ਮਸਤੀ ਦੇ ਨਾਲ, ਪਿੱਛੇ ਉਹਦੀ ਪੂੰਛ ਉਹਨੇ ਚੱਕੀ ਹੋਈ ਹੈ, ਔਰ ਆਪਣਾ ਗਾਟਾ ਕਹਿੰਦੇ ਨੇ ਸਿਰ ਉੱਪਰ ਨੂੰ ਚੁੱਕਿਆ ਹੋਇਆ। ਵਧੀਆ ਘੋੜੇ ਦੀ ਇਹ ਨਿਸ਼ਾਨੀ ਹੈ ਕਿ ਜਦੋਂ ਤੁਰਦਾ ਆਉਂਦਾ ਕਿਤੇ ਪੂੰਛ ਹਿਲਾਉਂਦਾ ਆਉਂਦਾ। ਦੂਜਾ ਉਹਦਾ ਸਿਰ ਉੱਚਾ ਹੁੰਦਾ ਵੀ ਸਵਾਰ ਨੂੰ ਪਿਛਲੇ ਪਾਸੇ ਆਪਣੇ ਲੁਕੋ ਲੈਂਦਾ। ਅਸਲੀ ਵਧੀਆ ਘੋੜੇ ਦੀ ਇਹ ਪਹਿਚਾਣ ਹੈ ਵੀ ਸਿਰ ਉੱਚਾ ਚੁੱਕ ਕੇ ਘੋੜਾ ਟੁਰੇ ਤੇ ਪਿੱਛੇ ਬੈਠਾ ਜਿਹੜਾ ਸਵਾਰ ਹੈ ਉਹਨੂੰ ਲੁਕੋ ਲਵੇ ਜੰਗ ਦੇ ਮੈਦਾਨ 'ਚ। ਇਹੋ ਜਿਹਾ ਘੋੜਾ ਸਤਿਗੁਰਾਂ ਦਾ ਆਇਆ ਹੈ। ਫੁਰਕਤ ਪੱਗ ਕੋ ਤਰਤੇ ਤਰਨੀ ਬੋ ਕਾਟਾ। ਫੁਲਕਾਰੇ ਮਾਰਦਾ ਆਉਂਦਾ ਘੋੜਾ ਤੇ ਜ਼ਮੀਨ ਤੇ ਇਦਾਂ ਪੈਰ ਮਾਰਦਾ, ਮਾਨੋ ਸਾਹਿਬ ਨੂੰ ਆਪਣੇ ਤੇ ਬਿਠਾ ਕੇ ਉੱਡ ਜਾਣਾ ਚਾਹੁੰਦਾ ਹੈ। ਵਰਣ ਕੁਮੈਤ ਸਵਰਣ ਕੇ ਭੂਖਨ ਚਮਕੰਤੇ। ਕਹਿੰਦੇ ਕੁਮੈਤ ਰੰਗ ਦਾ ਘੋੜਾ, ਲਾਖਾ ਰੰਗ ਜਿਹਨੂੰ ਕਹਿ ਦਿੰਨੇ ਆ, ਕੁਮੈਤ ਰੰਗ ਦਾ ਘੋੜਾ, ਤੇ ਸਰੀਰ ਤੇ ਘੋੜੇ ਦੇ ਵੀ ਸਵਰਨ ਦੇ ਸੋਨੇ ਦੇ ਗਹਿਣੇ ਪਾਏ ਚਮਕਦੇ ਹਨ। ਗਜ ਗਾਹਨ ਜੁਤ ਸ਼ੋਭਤੋ ਕਵਿਕਾ ਚਰ ਬੰਤੇ। ਗੱਜ ਗਾਹਾਂ ਘੋੜੇ ਦਾ ਇੱਕ ਸ਼ਿੰਗਾਰ ਹੁੰਦਾ, ਉਹ ਇਹਦੇ ਤੇ ਸ਼ੋਭਨੀਕ ਹੋ ਰਿਹਾ ਹੈ। ਔਰ ਘੋੜਾ ਬਹੁਤ ਸੁੰਦਰ ਹੈ, ਬਹੁਤਾ ਸੁੰਦਰ, ਤੇ ਮੂੰਹ ਦੇ ਵਿੱਚ ਕਵਕਾ ਕਹਿੰਦੇ ਨੇ ਲਗਾਮ ਨੂੰ, ਮੂੰਹ 'ਚ ਜਿਹੜਾ ਕੰਡਿਆਲਾ, ਉਹਨੂੰ ਕੰਡਿਆਲਾ ਵੀ ਕਹਿ ਦਿੰਦੇ ਆ, ਉਹ ਕੰਡਿਆਲਾ ਆਪਣੇ ਮੂੰਹ ਵਿੱਚ ਪਾ ਕੇ ਉਹਨੂੰ ਚੱਬਦਾ ਹੈ। ਮਨੋ ਕਰਬ ਬਲ ਪੁਸ਼ਟੇ ਦੁਸ਼ਟਨ ਦਾ ਰੜੰਤਾ। ਕਹਿੰਦੇ ਇੰਨਾ ਬਲੀ ਆ ਘੋੜਾ, ਮਾਨੋ ਜਿਵੇਂ ਹਾਥੀ ਦਾ ਬੱਚਾ ਹੋਵੇ ਨਿੱਕਾ ਜਿਹਾ, ਜਿਵੇਂ ਹਾਥੀ ਦਾ ਬੱਚਾ ਹੁੰਦਾ। ਕਹਿੰਦੇ ਹਾਥੀ ਦੇ ਬੱਚੇ ਵਾਂਗੂ ਬੜਾ ਰਿਸ਼ਟ ਪੁਸ਼ਟ ਬਲ ਵਾਲਾ ਘੋੜਾ, ਤੇ ਜਿਹੜਾ ਘੋੜਾ ਦੁਸ਼ਟਾਂ ਨੂੰ ਆਪਣੇ ਪੈਰਾਂ ਥੱਲੇ ਦਰੜ ਕੇ ਮਾਰੀ ਜਾਂਦਾ। ਇਹੋ ਜਿਹਾ ਸਿੱਖਿਆ ਹੋਇਆ ਘੋੜਾ ਸਾਹਿਬ ਦਾ ਕਿ ਜਦੋਂ ਰਣ ਭੂਮੀ 'ਚ ਜਾਂਦੇ ਆ ਨੂੰ ਲੈ ਕੇ ਦੁਸ਼ਟਾਂ ਬਹੁਤਿਆਂ ਨੂੰ ਪੈਰਾਂ ਥੱਲੇ ਦਰੜ ਕੇ ਮਾਰ ਦਿੰਦਾ ਹੈ। ਛਾਤੀ ਆਯੁਤ ਚਪਲ ਬੋ ਮਨ ਕੇ ਉਹ ਕਰੰਤਾ। ਔਰ ਘੋੜੇ ਦੀ ਛਾਤੀ ਚੌੜੀ ਹੈ, ਚੌੜੀ ਛਾਤੀ ਹੈ, ਤੇ ਲੱਤਾਂ ਉਹਦੀਆਂ ਬੜੀਆਂ ਬਲਵਾਨ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅਨੁਸਾਰ ਚੱਲਦਾ। ਮਹਾਰਾਜ ਜੀ ਨੂੰ ਕਹਿਣਾ ਨਹੀਂ, ਇਸ਼ਾਰਾ ਹੱਥ ਨਾਲ ਨਹੀਂ ਕਰਨਾ ਪੈਂਦਾ,
ਮਨ ਨਾਲ ਹੀ ਪ੍ਰੇਰਦੇ ਆ ਤੇ ਸਤਿਗੁਰਾਂ ਦੇ ਮਨ ਨਾਲ ਮਿਲਿਆ ਹੋਇਆ ਜਿਵੇਂ ਪਾਤਸ਼ਾਹ ਦਾ ਮਨ ਕਹਿੰਦਾ ਉਦਾਂ ਚੱਲਦਾ ਹੈ। ਪੂਰਬ ਕੇ ਵੱਡ ਭਾਗ ਤੇ ਸਤਿਗੁਰ ਤਰੇ ਆਇਓ। ਕਹਿੰਦੇ ਇਸ ਘੋੜੇ ਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ, ਜਿਸ ਕਰਕੇ ਇਹਨੂੰ ਸਤਿਗੁਰਾਂ ਦੀ ਸਵਾਰੀ ਹੋਣ ਦਾ ਮਾਣ ਪ੍ਰਾਪਤ ਹੋ ਰਿਹਾ। ਇਹਦੇ ਭਾਗ ਚੰਗੇ ਕਿ ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਤੇ ਟਹਿਲ ਮਿਲ ਰਹੀ ਹੈ। ਵਾਹਿਗੁਰੂ ਕਹਿ ਕਰ ਉਠੇ ਘੋਰਾ ਦਰਸਾਇਓ। ਪਾਤਸ਼ਾਹ ਨੇ ਵਾਹਿਗੁਰੂ ਕਿਹਾ ਤੇ ਵਾਹਿਗੁਰੂ ਕਹਿ ਕੇ ਗੁਰਦੇਵ ਆਸਣ ਤੋਂ ਉੱਠੇ ਨੇ, ਆਪਣੇ ਘੋੜੇ ਨੂੰ ਵੇਖਿਆ ਹੈ। ਪਗ ਰਕਾਬ ਦੇ ਕਰ ਤਬੇ ਗੈ ਗਰੀਬ ਸੁਕੇਸਾ। ਘੋੜੇ ਦੀ ਰਕਾਬ ਦੇ ਵਿੱਚ ਆਪਣਾ ਚਰਨ ਪਾਇਆ ਸਤਿਗੁਰਾਂ ਨੇ, ਔਰ ਘੋੜੇ ਦੀ ਗਰਦਨ ਦੇ ਉੱਤੇ ਜਿਹੜੇ ਕੇਸ ਹੁੰਦੇ ਆ ਉਹ ਕੇਸ ਪਕੜ ਕੇ, ਇਹ ਵੀ ਮਰਿਆਦਾ ਘੋੜੇ ਤੇ ਚੜ੍ਹਨ ਦੀ ਕਿ ਘੋੜੇ ਦੀ ਗਰਦਨ ਦੇ ਉੱਪਰ ਜਿਹੜੇ ਕੇਸ ਨੇ ਉਹ ਪਕੜ ਕੇ ਤੇ ਰਕਾਬ 'ਚ ਪੈਰ ਪਾ ਕੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਹਨ। ਆਸਨ ਆਏ ਵਾਗ ਗਏ ਬਲਵੰਡ ਵਿਸ਼ੇਸ਼ਾ। ਜਦੋਂ ਕਾਠੀ ਦੇ ਉੱਤੇ ਆਸਣ ਤੇ ਆ ਕੇ ਪਾਤਸ਼ਾਹ ਬੈਠ ਗਏ ਤੇ ਘੋੜੇ ਦੀਆਂ ਵਾਗਾਂ ਗੁਰਦੇਵ ਨੇ ਪਕੜ ਲਈਆਂ। ਬਲਵੰਡ ਵਿਸ਼ੇਸ਼ਾ, ਵਿਸ਼ੇਸ਼ ਕਰਕੇ ਜੋ ਬਹੁਤ ਬਲਵਾਨ ਹਨ। ਦਿਹੀ ਦਮਾ ਮਨ ਚੋਬ ਲਗ ਉਠਨਾਦ ਬਿਸਾਲੇ। ਜਦੋਂ ਪਾਤਸ਼ਾਹ ਨੂੰ ਘੋੜੇ ਚੜਿਆ ਵੇਖਿਆ ਤੇ ਗੁਰਦੇਵ ਦਾ ਖਾਸ ਨਗਾਰਚੀ, ਜਿਹੜਾ ਗੁਰਦੇਵ ਜਦੋਂ ਚੜ੍ਹਦੇ ਸੀ ਉਦੋਂ ਨਗਾਰਾ ਵਜਾਉਂਦਾ ਸੀ, ਜਿਹਦਾ ਨਾਮ ਸੀ ਭਾਈ ਲੱਖਾ ਨਗਾਰਚੀ, ਉਹਨੇ ਗੁਰਦੇਵ ਨੂੰ ਘੋੜੇ ਤੇ ਚੜਿਆ ਵੇਖ ਕੇ ਨਗਾਰੇ ਤੇ ਦੋਹਰੀਆਂ ਚੋਭਾਂ ਲਾ ਦਿੱਤੀਆਂ। ਸੱਜੀ ਸਭ ਜੋਧਾ ਚੜੇ ਗਨ ਸ਼ਸਤਰ ਸੰਭਾਲੇ। ਜਿੰਨੇ ਯੋਧੇ ਸਨ ਸਭ ਸੱਜ ਧੱਜ ਕੇ ਸ਼ਸਤਰਾਂ ਨੂੰ ਸੰਭਾਲ ਕੇ ਤਿਆਰ ਬਰ ਤਿਆਰ ਹੋ ਕੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਚੜੇ ਹਨ। ਸਮੁਖ ਪਏ ਸ਼ਤੁਰਨ ਕੇ ਕਰ ਚਹਿਸ ਬਿਨਾਸਾ। ਰਣ ਭੂਮੀ ਵਾਲੇ ਪਾਸੇ ਦੁਸ਼ਮਣ ਦੇ ਸਨਮੁਖ ਵਧੇ ਨੇ, ਜੋ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਨੂੰ ਮਾਰ ਕੇ ਵਿਨਾਸ਼ ਕਰ ਦੇਣਾ ਚਾਹੁੰਦੇ ਹਨ। ਕੁਛ ਕ ਚਲੇ ਦੇਖਤ ਪਏ ਵੱਡ ਜੰਗ ਤਮਾਸ਼ਾ। ਕਹਿੰਦੇ ਥੋੜਾ ਜਿਹਾ ਤੁਰ ਕੇ ਅੱਗੇ ਆਏ ਨੇ, ਅੱਗੇ ਰਣ ਭੂਮੀ ਦਾ ਜੰਗ ਦਾ ਤਮਾਸ਼ਾ ਸਾਹਿਬ ਜੀ ਵੇਖਦੇ ਨੇ। ਨਮਸਕਾਰ ਨੀ ਗਨ ਚਲੇ ਬੋ ਸ਼ਬਦ ਉਠਨ ਤੇ। ਰਣ ਭੂਮੀ ਵਿੱਚ ਮਚਦਾ ਜੰਗ ਵੇਖਦੇ ਨੇ ਸਤਿਗੁਰੂ ਜੀ ਕਿ ਨਮਸਕਾਰ ਦੀਆਂ ਚੱਲ ਰਹੀਆਂ, ਨਮਸਕਾਰ ਦੀਆਂ ਮਤਲਬ ਬੰਦੂਕਾਂ ਚੱਲ ਰਹੀਆਂ ਨੇ, ਔਰ ਉਹਨਾਂ ਦੇ ਚੱਲਣ ਦੀ ਬੜੀ ਭਿਆਨਕ ਆਵਾਜ਼ ਉੱਠਦੀ ਹੈ। ਮਨੋ ਮਿਰਦੰਗਨ ਬਜਤੇ ਬੋ ਉਤਸ਼ਾਹ ਕਰਨ ਤੇ। ਕਹਿੰਦੇ ਜਿਹੜੀਆਂ ਉਹ ਬੰਦੂਕਾਂ ਦੀ ਠਾ ਠਈ ਦੀ ਆਵਾਜ਼ ਆਉਂਦੀ, ਏਦਾਂ ਲੱਗਦਾ ਜਿਵੇਂ ਮਰਦੰਗ ਪਿਆ ਵੱਜਦਾ, ਜਿਵੇਂ ਕੋਈ ਰਾਗੀ ਮਰਦੰਗ ਪਿਆ ਵਜਾਉਂਦਾ ਹੋਵੇ, ਉਹਦੀ ਆਵਾਜ਼ ਬੜੇ ਉਤਸ਼ਾਹ ਨਾਲ ਉੱਠ ਰਹੀ ਹੈ। ਮਾਰ ਮਾਰ ਮੁਖ ਕਰਤੇ ਜਨ ਗਾਵਤ ਗੀਤਾ। ਕਹਿੰਦੇ ਜਿਹੜੇ ਸੂਰਮੇ ਕਹਿ ਰਹੇ ਨੇ ਵੀ ਮਾਰ ਦਿਓ ਮਾਰ ਦਿਓ, ਇਹ ਜਿਹੜੀ ਆਵਾਜ਼ ਸੁਣਾਈ ਦਿੰਦੀ ਹੈ, ਕਹਿੰਦੇ ਇਉਂ ਲੱਗਦਾ ਜਿਵੇਂ ਗੀਤ ਗਾ ਰਹੇ ਨੇ। ਭਾਈ ਸਾਹਿਬ ਜੀ ਅਲੰਕਾਰ ਬੰਨ੍ਹ ਰਹੇ ਨੇ ਵੀ ਕਿਵੇਂ ਕੋਈ ਗੀਤ ਗਾਉਂਦਾ ਹੋਵੇ ਨਾ, ਸਾਜ਼ ਵੱਜਦੇ ਆ, ਹੋਈਏ ਗਾਉਂਦੇ ਆ, ਨੱਚਣ ਵਾਲੇ ਨੱਚਦੇ ਆ, ਉਹ ਅਲੰਕਾਰ ਬੰਨ੍ਹ ਰਹੇ ਨੇ। ਕਹਿੰਦੇ ਜਿਹੜੀਆਂ ਬੰਦੂਕਾਂ ਚੱਲਦੀਆਂ ਨੇ ਇਉਂ ਲੱਗਦਾ ਜਿਵੇਂ ਮਰਦੰਗ ਵੱਜ ਰਿਹਾ, ਤੇ ਜਿਹੜੇ ਸੂਰਮੇ ਕਹਿੰਦੇ ਆ ਮਾਰ ਦਿਓ, ਉਹ ਆਵਾਜ਼ ਇਉਂ ਸੁਣਾਈ ਦਿੰਦੀ ਆ ਮਾਨੋ ਜਿਵੇਂ ਗੀਤ ਗਾਏ ਜਾ ਰਹੇ ਹੋਣ। ਗੁਲਕਾਂ ਬ੍ਰਿੰਦ ਸੜਾਕ ਲੱਗ ਇਹ ਤਾਲ ਪੁਰੀਤਾ। ਜਿਹੜੀਆਂ ਸੜਕ ਦੇ ਕੇ ਗੋਲੀਆਂ ਬੰਦੂਕਾਂ ਚੋਂ ਨਿਕਲਦੀਆਂ ਨੇ, ਕਹਿੰਦੇ ਇਉਂ ਲੱਗਦਾ ਜਿਵੇਂ ਤਾਲ ਵੱਜ ਰਹੇ ਨੇ। ਕਈ ਤਰ੍ਹਾਂ ਦੇ ਤਾਲ ਵੱਜ ਰਹੇ ਨੇ, ਇੱਕ ਤਾਲ, ਦੋ ਤਾਲ, ਚੱਪ ਤਾਲ, ਕਹਿੰਦੇ ਕਈ ਤਰ੍ਹਾਂ ਦੇ ਮਾਨੋ ਤਾਲ ਪੂਰੇ ਜਾ ਰਹੇ ਨੇ। ਰੰਗ ਅਖਾਰਾ ਜੰਗ ਕੋ ਗੁਰਮੈਦ ਨਿਹਾਰਾ। ਕਹਿੰਦੇ ਜੰਗ ਦਾ ਇਹ ਅਖਾੜਾ, ਜਿਵੇਂ ਗਾਣ ਵਾਲੇ ਨਹੀਂ ਅਖਾੜਾ ਬਣਾਉਂਦੇ, ਕਹਿੰਦੇ ਜੰਗ ਦੇ ਇਸ ਅਖਾੜੇ ਨੂੰ ਮਹਾਰਾਜ ਜੀ ਨੇ ਵੇਖਿਆ, ਗਹੁ ਨਾਲ ਤੱਕਿਆ। बीच प्रवेशन होन को तत्काल विचारा। तत्काल गुरदेव ने विचार कीती कि रण भूमि दे जंग दे इस अखाड़े दे विच हुण असीं प्रवेश करिए। पातशाह हाले ये सोच ही रहे सन जान लई, अगे घोड़ा तोरिया ही सी। परशुराम शकतु सुपट दोनों तबे आए। महाराज जी दे दो सूरमे योधे, एक दा नाम है भाई परशुराम ते दूजे दा नाम है भाई शकतु। ये अगे आ गए सतगुरां दे सामने खलो गए। हाथ जोड़ आगे खरे इम बात सुनाए। हाथ जोड़ के भाई परशुराम ते भाई शकतु जी सतगुरां नूं कहण लगे, महाराज अवलोकीए संग्राम तमाशा। कहण लगे महाराज हाले ठहर जाओ,
ਆਪ ਜੀ ਉਦੋਂ ਆਇਓ ਜਦੋਂ ਅਸੀਂ ਸ਼ਹੀਦੀਆਂ ਪਾ ਜਾਈਏ। ਆਪ ਜੀ ਇੱਥੇ ਖਲੋ ਕੇ ਆਪਣੇ ਸੂਰਮਿਆਂ ਤੇ ਸਿੱਖਾਂ ਦੇ ਜੰਗ ਦਾ ਤਮਾਸ਼ਾ ਵੇਖੋ। आप रहो ठांडे प्रभु निज दल के पासा। ਆਪ ਜੀ ਹਾਲੇ ਇੱਥੇ ਹੀ ਖੜੇ ਰਹੋ ਆਪਣੇ ਦਲ ਦੇ ਪਾਸ, ਕਿਉਂਕਿ ਤੁਹਾਨੂੰ ਖੜਿਆਂ ਵੇਖ ਕੇ ਤੁਹਾਡੇ ਸਾਰੇ ਸੂਰਮੇ ਬਲ ਨਾਲ ਭਰ ਜਾਂਦੇ ਹਨ। दासन प्रत आयस करो तुरकन को मारे। ਆਪ ਜੀ ਆਪਣੇ ਦਾਸਾਂ ਨੂੰ ਆਗਿਆ ਕਰੋ ਇੱਥੇ ਖਲੋ ਕੇ ਸਾਡੀਆਂ ਡਿਊਟੀਆਂ ਲਾਓ, ਅਸੀਂ ਰਣ ਭੂਮੀ 'ਚ ਜਾ ਕੇ ਤੁਰਕਾਂ ਨੂੰ ਮਲੇਛਾਂ ਨੂੰ ਮਾਰੀਏ। रावर बाक प्रताप ते बल धर संघारे। ਮਹਾਰਾਜ ਤੁਹਾਡੇ ਪ੍ਰਤਾਪ ਨਾਲ, ਤੁਹਾਡੇ ਬਲ ਨਾਲ, ਤੁਹਾਡੇ ਤਾਣ ਨਾਲ ਅਸੀਂ ਰਣ ਭੂਮੀ ਵਿੱਚ ਆਏ ਹੋਏ ਨਾ ਦੁਸ਼ਮਣਾਂ ਦਾ ਸੰਘਾਰ ਕਰਾਂਗੇ, ਰਣ ਭੂਮੀ ਵਿੱਚ ਆਏ ਨਾ ਮਲੇਛਾਂ ਨੂੰ ਮਾਰ ਮੁਕਾਵਾਂਗੇ। अरे अगारी अर कहाँ ए अल्प विचारे। ਮਹਾਰਾਜ ਇਹ ਥੋੜੇ ਜੇ ਗਿਣਤੀ ਦੇ ਯੋਧੇ ਆਏ ਆ ਤੁਰਕ, ਇਹ ਸਾਡੇ ਸਾਹਮਣੇ ਕੀ ਅੜਨਗੇ? ਇਹਨਾਂ ਦੇ ਵਿੱਚ ਕੀ ਬਲ ਹੈ ਕਿ ਤੁਹਾਡੇ ਬਲ ਦੇ ਸਾਹਮਣੇ ਇਹ ਸਾਡੇ ਸਾਹਮਣੇ ਅੜ ਸਕਣ? ਇਹ ਥੋੜੇ ਜੇ ਗਿਣਤੀ ਦੇ ਯੋਧੇ ਹਨ। लापुर दिल्ली आगरे लुट करें उजारे। ਮਹਾਰਾਜ ਅਬਦੁਲ ਖਾਨ ਨਾਲ ਆਏ ਯੋਧੇ ਕੱਖ ਨਹੀਂ ਸਾਡੇ ਸਾਹਮਣੇ। ਆਪ ਜੀ ਦਾ ਬਲ ਚਾਹੀਦਾ। ਅਸੀਂ ਲਾਹੌਰ, ਦਿੱਲੀ, ਆਗਰਾ ਜਿਹੜੀਆਂ ਤੁਰਕਾਂ ਦੀਆਂ ਵੱਡੀਆਂ ਵੱਡੀਆਂ ਰਾਜਧਾਨੀਆਂ ਨੇ ਉਹ ਵੀ ਜਾ ਕੇ ਉਜਾੜ ਕੇ ਰੱਖ ਦਈਏ ਤੁਹਾਡੇ ਬਲ ਨਾਲ। सत श्री अकाल। पिक दोहन उत्साह को गुर हुक्म बखाना। ਭਾਈ ਪਰਸਰਾਮ ਤੇ ਭਾਈ ਸ਼ਕਤੂ ਦਾ ਇਹ ਉਤਸ਼ਾਹ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, पिखो जोर जै जंग को पावो कमसाना। ਮਹਾਰਾਜ ਜੀ ਕਹਿੰਦੇ ਜਾਓ ਭਾਈ ਸ਼ਕਤੂ ਜੀ, ਪਰਸਰਾਮ ਜੀ, ਜਿੱਥੇ ਜੰਗ ਦਾ ਜ਼ਿਆਦਾ ਜ਼ੋਰ ਪੈਂਦਾ, ਜਿੱਥੇ ਸਾਡੇ ਸੂਰਮਿਆਂ ਦੇ ਪੈਰ ਹੱਲਦੇ ਤੁਹਾਨੂੰ ਨਜ਼ਰ ਆਉਂਦੇ ਹੋਣ, ਉੱਥੇ ਜਾ ਕੇ ਘਮਾਸਾਨ ਜੰਗ ਕਰੋ। सने सने हम आए हैं जै अब्दुल खाना। ਅਸੀਂ ਵੀ ਸਹਿਜੇ ਸਹਿਜੇ ਵੱਧ ਕੇ ਉੱਥੇ ਆਵਾਂਗੇ ਜਿੱਥੇ ਅਬਦੁਲ ਖਾਨ ਖੜਾ ਹੈ। ਅਬਦੁਲ ਖਾਨ ਦੇ ਨਾਲ ਅਸੀਂ ਆ ਕੇ ਦੋ ਹੱਥ ਕਰਾਂਗੇ। आज निदान सो करेंगे गन तुर्क नहाना। ਅੱਜ ਅਸੀਂ ਇਹ ਜੰਗ ਫਤਿਹ ਕਰ ਦਿਆਂਗੇ। ਅੱਜ ਇਹ ਜੰਗ ਦਾ ਅੰਤ ਹੋ ਜਾਏਗਾ ਔਰ ਇਹ ਜਿੰਨੇ ਤੁਰਕ ਆਏ ਨੇ ਇਹਨਾਂ ਦਾ ਵੀ ਅੰਤ ਹੋ ਜਾਏਗਾ। सुन हरखे गुर हुक्म को ताजी तिर पाए। ਭਾਈ ਪਰਸਰਾਮ ਤੇ ਭਾਈ ਸ਼ਕਤੂ ਨੇ ਗੁਰਦੇਵ ਦਾ ਹੁਕਮ ਸੁਣਿਆ ਔਰ ਆਪਣੇ ਘੋੜਿਆਂ ਨੂੰ ਤਰਬਕਾਇਆ। ਤਰਬਕਾਇਆ ਦਾ ਮਤਲਬ ਉਹਨਾਂ ਨੂੰ ਤੋਰਿਆ, ਤੇਜ਼ ਕੀਤਾ। शस्त्र उगारे हाथ में तो से बजवाए। ਕਹਿੰਦੇ ਸ਼ਸਤਰ ਸੰਭਾਲ ਲਏ ਤੇ ਨਗਾਰਿਆਂ ਤੇ ਚੋਭਾਂ ਲਵਾ ਦਿੱਤੀਆਂ। लेकर कितक अनीकनी तुरकन परताए। ਕਹਿੰਦੇ ਲੈ ਕੇ ਆਪਣੀ ਬਹੁਤੀ ਸਾਰੀ ਫੌਜ ਤੇ ਤੁਰਕਾਂ ਦੇ ਉੱਤੇ ਆਣ ਕੇ ਟੁੱਟ ਕੇ ਪੈ ਗਏ ਸਤਿਗੁਰਾਂ ਦੇ ਯੋਧੇ। जथा मिर्गन गन हेर कर के हर ए ताए। ਕਹਿੰਦੇ ਉਹ ਟੁੱਟ ਕੇ ਪਏ ਜਿਵੇਂ ਮਿਰਗਾਂ ਦੀ ਡਾਰ ਨੂੰ ਵੇਖ ਕੇ ਬੱਬਰ ਸ਼ੇਰ ਹਮਲਾ ਕਰਦੇ ਹੋਣ। परे जाए तुपकन चली ऐसी एक बारे। ਇੱਕੋ ਵੇਰੀ ਜਾ ਕੇ ਟੁੱਟ ਕੇ ਪੈ ਗਏ ਤੇ ਬੰਦੂਕਾਂ ਦੀਆਂ ਛਲਖਾਂ ਚੱਲ ਪਈਆਂ, ਗੋਲੀਆਂ ਦਗਣ ਲੱਗੀਆਂ, ਇੱਕੋ ਵੇਰੀ ਕੜਾਕੜੀ ਹੋ ਉੱਠੀ। नबी बख्श के सहत ही आए कुड़ियारे। ਔਰ ਉਧਰੋਂ ਨਬੀ ਬਖਸ਼ ਦੇ ਨਾਲ ਜਿਹੜਾ ਅਬਦੁਲ ਖਾਨ ਦਾ ਲੜਕਾ ਸੀ ਉਹਦੇ ਨਾਲ ਝੂਠੇ ਕਰਮਚੰਦ, ਰਤਨ ਚੰਦ ਵਰਗੇ ਮਲੇਛ ਉਹ ਚੜ ਕੇ ਆਏ ਹਨ। ਹੀਲਾ ਕਾਲ ਵਿਸਾਲ ਕੋ ਦੋਨੋਂ ਦਲ ਜੂਟੇ। ਕਹਿੰਦੇ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੇ ਜ਼ੋਰ ਦਾ ਹੱਲਾ ਕੀਤਾ। ਇਧਰੋਂ ਸਤਿਗੁਰੂ ਜੀ ਦੇ ਯੋਧੇ ਵੀ ਹੱਲਾ ਕਰਦੇ ਆ ਔਰ ਦੋਹਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਭਿੜ ਗਏ। ਪਹਿਲਾ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ, ਏਦਾਂ ਮੇਲ ਹੋ ਗਿਆ। ਬਾਜ਼ ਕੋਈ ਜੁਰ ਰੇ ਮਨੋ ਪਿਕ ਆਮਿਕ ਟੂਟੇ। ਏਦਾਂ ਇੱਕ ਦੂਜੇ ਤੇ ਟੁੱਟ ਟੁੱਟ ਕੇ ਸੂਰਮੇ ਪੈਂਦੇ ਆ ਜਿਵੇਂ ਮਾਸ ਦੀ ਬੋਟੀ ਨੂੰ ਵੇਖ ਕੇ ਕੁਈਆਂ, ਬਾਜ, ਜੁਰਰੇ, ਬਾਸ਼ੇ, ਢੋਕੇ, ਇਹ ਸਾਰੀਆਂ ਬਾਜਾਂ ਦੀਆਂ ਕਿਸਮਾਂ ਨੇ। ਕਹਿੰਦੇ ਜਿਵੇਂ ਬਾਜਾਂ ਦੀਆਂ ਕਿਸਮਾਂ ਮਾਸ ਦੇ ਟੁਕੜੇ ਨੂੰ ਵੇਖ ਕੇ ਉਹਨਾਂ ਤੇ ਟੁੱਟ ਕੇ ਪੈਂਦੇ ਆ, ਇਉਂ ਇਹ ਸੂਰਮੇ ਇੱਕ ਦੂਜੇ ਤੇ ਟੁੱਟ ਕੇ ਪੈ ਗਏ। ਪ੍ਰਥਮ ਤੁਫੰਗੇ ਮਾਰ ਕਰ ਗਨ ਤੀਰ ਪ੍ਰਹਾਰੇ। ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ, ਫਿਰ ਤੀਰ ਚੱਲਣ ਲੱਗੇ। ਪੁਨ ਤੋਮਰ ਤਰਵਾਰ ਪਰ ਸ਼ਸਤਰਨ ਕਰ ਡਾਰੇ। ਕਹਿੰਦੇ ਫਿਰ ਬਰਛੀਆਂ ਚੱਲਣ ਲੱਗੀਆਂ। ਬਰਛੀਆਂ ਤੋਂ ਬਾਅਦ ਜਦੋਂ ਹੋਰ ਨੇੜੇ ਢੁੱਕ ਗਏ ਫਿਰ ਤਲਵਾਰਾਂ ਧੂ ਕੇ ਤਲਵਾਰਾਂ ਚਲਾਣ ਲੱਗੇ।
ਜਮਦਰ ਲੈ ਪਹੁੰਚੇ ਸੁਪਟ ਮਾਰਤ ਅਰ ਖਾਤੇ। ਅਖੀਰ ਨੂੰ ਬਹੁਤੇ ਜਦੋਂ ਨੇੜੇ ਹੋ ਜਾਣ ਤੇ ਬਿਲਕੁਲ ਜੱਫਮ ਜੱਫਾ ਹੋ ਜਾਣ, ਫਿਰ ਤਲਵਾਰਾਂ ਵੀ ਨਹੀਂ ਚੱਲਦੀਆਂ, ਫਿਰ ਕਟਾਰਾਂ ਜਿਹੜੀਆਂ ਛੋਟੇ ਕਮਰ ਕੱਸੇ ਦੇ ਸ਼ਸਤਰ ਹੁੰਦੇ, ਕੋਈ ਖੰਜਰ ਕੱਢ ਕੇ ਲੜਦਾ, ਕੋਈ ਕਟਾਰ ਕੱਢ ਕੇ ਲੜਦਾ, ਤੇ ਇਉਂ ਢੁੱਕ ਕੇ ਵੱਢਦੇ ਇੱਕ ਦੂਜੇ ਨੂੰ। ਮੁਸ਼ਟ ਯੁੱਧ ਕੋ ਫਿਰ ਪਰੇ ਸੰਗਰ ਰਸ ਰਾਤੇ। ਕਈਆਂ ਦੇ ਸ਼ਸਤਰ ਛੁੱਟ ਗਏ ਨੇ ਹੱਥਾਂ ਵਿੱਚੋਂ, ਜੱਫਮ ਜੱਫਾ ਹੋ ਕੇ ਤੇ ਮੁੱਕਿਆਂ ਨਾਲ ਹੀ ਲੜਨ ਲੱਗੇ ਆ। ਮੁਸ਼ਟ ਯੁੱਧ, ਮੁਸ਼ਟ ਯੁੱਧ ਦਾ ਮਤਲਬ ਆ ਵੀ ਮੁੱਕਿਆਂ ਦੀ ਮਾਰ ਨਾਲ ਹੀ ਇੱਕ ਦੂਜੇ ਨੂੰ ਮਾਰਨ ਲੱਗੇ ਹਨ। ਨੈ ਪੀਛੇ ਕੋ ਪਗ ਤਰਤ ਨਿਜ ਲਾਜ ਨਿਭਾਈ। ਕਹਿੰਦੇ ਕੋਈ ਸੂਰਮਾ ਆਪਣਾ ਪੈਰ ਪਿੱਛੇ ਨਹੀਂ ਕਰਦਾ, ਆਪਣੀ ਲਾਜ ਨਿਭਾਉਂਦੇ ਸੂਰਮੇ ਹੋਣ ਦੀ। ਸੂਰਮੇ ਦਾ ਕਰਤੱਵ ਹੀ ਨਹੀਂ ਵੀ ਪਿੱਛੇ ਜਾਵੇ, ਕਹਿੰਦੇ ਸੂਰਮੇ ਹੋਣ ਦੀ ਲਾਜ ਨਿਭਾਉਂਦੇ ਆ। ਕੋਈ ਸੂਰਮਾ ਆਪਣਾ ਪੈਰ ਪੁੱਟ ਕੇ ਪਿੱਛੇ ਨੂੰ ਨਹੀਂ ਜਾਂਦਾ। ਮਾਰ ਮਾਰ ਮਰ ਮਰ ਗਿਰੇ ਕਟ ਆਪਸ ਮਾਈ। ਮਾਰ ਮਾਰ ਕੇ ਤੇ ਮਰ ਕੇ ਇੱਕ ਦੂਜੇ ਨੂੰ ਕੱਟ ਕੇ ਵੱਢ ਕੇ ਜੰਗ ਦੇ ਮੈਦਾਨ 'ਚ ਡਿੱਗਣ ਲੱਗੇ ਹਨ। ਤੁਰਕਨ ਪਰ ਲੋਹਾ ਉਲਟ ਇਮ ਪਰਿਓ ਵਡੇਰਾ। ਕਹਿੰਦੇ ਤੁਰਕਾਂ ਦਾ ਲੋਹਾ ਮਾਨੋ ਤੁਰਕਾਂ ਤੇ ਹੀ ਉਲਟ ਕੇ ਪੈ ਗਿਆ ਹੋਵੇ, ਉਹਨਾਂ ਦਾ ਲੋਹਾ ਕੰਮ ਨਹੀਂ ਪਿਆ ਕਰਦਾ। ਉਹਨਾਂ ਦੀਆਂ ਹਾਲਾਂਕਿ ਤਲਵਾਰਾਂ ਸਤਿਗੁਰਾਂ ਦੇ ਯੋਧਿਆਂ ਨਾਲੋਂ ਜ਼ਿਆਦਾ ਵਧੀਆ ਨੇ, ਪਰ ਫਿਰ ਵੀ ਉਹ ਤਲਵਾਰਾਂ ਉਹਨਾਂ ਦੀਆਂ ਕੰਮ ਨਹੀਂ ਪਈਆਂ ਕਰਦੀਆਂ। ਇਹੋ ਜਿਹਾ ਲੋਹਾ ਪੁੱਠਾ ਪੈ ਗਿਆ ਤੁਰਕਾਂ ਤੇ। ਜੀਤ ਦਿਖਤ ਕੈ ਮਰ ਗਏ ਗਨ ਦਲ ਇੱਕ ਬੇਰਾ। ਕਹਿੰਦੇ ਦੋ ਤਰ੍ਹਾਂ ਦੇ ਨਜ਼ਰ ਆਉਂਦੇ ਆ ਸੂਰਮੇ, ਇੱਕ ਜਿਉਂਦੇ ਜਿਹੜੇ ਖੜੇ ਨੇ, ਤੇ ਇੱਕ ਉਹ ਜਿਹੜੇ ਰਣ ਭੂਮੀ 'ਚ ਮਰ ਕੇ ਡਿੱਗ ਗਏ ਨੇ, ਸਦਾ ਦੀ ਨੀਂਦੇ ਸੌਂ ਗਏ ਨੇ। ਹੋਤ ਬੁੱਧ ਬੁੱਧੇ ਬ੍ਰਿੰਦ ਜਿਮ ਬੋ ਬਾਯੂ ਬਿਨਾਸੇ। ਕਹਿੰਦੇ ਜਿਵੇਂ ਬੁੱਧਬੁੱਦੇ ਜੇ ਨਹੀਂ ਉੱਠਦੇ ਪਾਣੀ ਵਿੱਚ ਤੇ ਹਵਾ ਨਾਲ ਇਦਾਂ ਡਿੱਗੀ ਜੇ ਜਾਂਦੇ, ਮਿਟੀ ਜਾਂਦੇ ਆ। ਕਹਿੰਦੇ ਪਾਣੀ ਦੇ ਬੁੱਧਬੁੱਦਿਆਂ ਵਾਂਗੂ ਹੀ ਇਹ ਤੁਰਕਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ, ਹਵਾ ਨਿਕਲਦੀ ਆ ਉਹਨਾਂ ਵਿੱਚੋਂ, ਕੋਈ ਸ਼ਸਤਰ ਵੱਜਦਾ ਨਾਲ ਹੀ ਡਿੱਗ ਪੈਂਦੇ ਹਨ। ਤਿਮ ਮਰ ਗਏ ਰਿਪ ਸ਼ਿਗਰਈ ਕੋ ਭਾਗਤ ਤਰਾਸੇ। ਕਹਿੰਦੇ ਜਿਵੇਂ ਪਾਣੀ ਦੇ ਬੁੱਧਬੁੱਦੇ ਹਵਾ ਨਾਲ ਹੀ ਡਿੱਗ ਜਾਂਦੇ ਆ ਨਾ, ਖਤਮ ਹੋ ਜਾਂਦੇ ਆ, ਏਦਾਂ ਇਹ ਤੁਰਕ ਸ਼ੀਘਰਤਾਈ ਨਾਲ ਹੀ ਮਰ ਮਰ ਕੇ ਰਣ ਭੂਮੀ 'ਚ ਡਿੱਗਣ ਲੱਗੇ ਤੇ ਭੱਜਦੇ ਹਨ। ਕੋਪਿਓ ਵਿਦਿਆ ਤਬ ਫਿਰਿਓ ਵਿੱਚ ਜੰਗ ਨਿਸੰਗੇ। ਬਾਬਾ ਬਿਧੀ ਚੰਦ ਸਾਹਿਬ ਬੜੇ ਰੋਸ ਵਿੱਚ ਜੰਗ ਦੇ ਮੈਦਾਨ ਵਿੱਚ ਭੱਜੇ ਫਿਰਦੇ, ਕਦੇ ਇੱਧਰ ਕਦੇ ਉੱਧਰ। ਉਹ ਵੇਖਦੇ ਜਿੱਥੇ ਜ਼ਿਆਦਾ ਜ਼ੋਰ ਪੈਂਦਾ ਦੁਸ਼ਮਣਾਂ ਦਾ, ਬਾਬਾ ਬਿਧੀ ਚੰਦ ਸਾਹਿਬ ਜੀ ਉਸੇ ਪਾਸੇ ਜਾ ਕੇ ਲੜਦੇ ਹਨ। ਤਾਨ ਤਾਨ ਕਰ ਕਾਨ ਲਗ ਗਨ ਹਤੇ ਖਤੰਗੇ। ਬਾਬਾ ਬਿਧੀ ਚੰਦ ਸਾਹਿਬ ਜੀ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਰਣ ਭੂਮੀ 'ਚ ਚਲਾਉਂਦੇ ਹਨ। ਦਵੈ ਦਵੈ ਬਾਣ ਸੰਚਾਰ ਕੈ ਦਵੈ ਦਵੈ ਤਨ ਪਾਰੇ। ਬਾਬਾ ਜੀ ਕੋਲ ਇੱਕ ਹੋਰ ਵਿਦਿਆ, ਦੋ ਤੀਰ ਚਾੜ ਕੇ ਤੰਦੀ ਤੇ ਦੋ ਦੋ ਤੀਰ ਇਕੱਠੇ ਚਲਾਉਂਦੇ, ਔਰ ਇੱਕ ਛਾਤੀ 'ਚ ਨਹੀਂ ਵੱਜਦੇ, ਦੋ ਸੂਰਮਿਆਂ ਨੂੰ ਤੱਕਦੇ ਤੇ ਦੋਹਾਂ ਵਿੱਚ ਹੀ ਉਹ ਦੋ ਤੀਰ ਜਾ ਕੇ ਵੱਜਦੇ। ਇੱਕ ਵਾਰੀ 'ਚ ਚਲਾਏ ਦੋ ਤੀਰ ਦੋ ਦੋ ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨਦੇ ਨੇ। ਅਨਗਨ ਤੁਰਕਨ ਕੋ ਹਨੇ ਨੈ ਹੋਤ ਸੰਭਾਰੇ। ਅਣਗਿਣਤ ਤੁਰਕਾਂ ਨੂੰ ਰਣ ਭੂਮੀ 'ਚ ਮਾਰ ਰਹੇ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ। ਚੰਚਲ ਬਲੀ ਤੁਰੰਗ ਕੋ ਨੈ ਕਹੂੰ ਟਿਕਾਏ। ਬਾਬਾ ਜੀ ਦਾ ਘੋੜਾ ਬੜਾ ਚੰਚਲ ਤੇ ਬਲੀ, ਉਹਨੂੰ ਟਿਕਣ ਨਹੀਂ ਦਿੰਦੇ ਰਣ ਭੂਮੀ 'ਚ। ਉਹ ਵੀ ਆਪਣੇ ਪੈਰ ਰਣ ਭੂਮੀ 'ਚ ਕੁਦਾਉਂਦਾ ਜਿਵੇਂ ਕੋਈ ਨੱਟਬਾਜ਼ੀਆਂ ਪਾਉਂਦਾ ਹੋਵੇ। ਜੈ ਦੇਖੈ ਰਿਪਵਦ ਤੇ ਤੈਂ ਦੇ ਉਥਲਾਏ। ਬਾਬਾ ਜੀ ਵੇਖਦੇ ਆ ਪੂਰੇ ਜੰਗ ਵਿੱਚ ਜਿੱਧਰੋਂ ਦੁਸ਼ਮਣ ਦਾ ਜ਼ੋਰ ਜ਼ਿਆਦਾ ਪੈਂਦਾ ਹੁੰਦਾ, ਉਧਰ ਜਾ ਕੇ ਤੀਰ ਮਾਰ ਕੇ ਵੈਰੀ ਦੇ ਹੱਲੇ ਨੂੰ ਰੋਕ ਦਿੰਦੇ ਹਨ। ਤੁਰਕ ਬ੍ਰਿੰਦ ਮੈਂ ਬਰ ਗਿਓ ਹਨ ਮੁਗਲ ਪਠਾਨਾ। ਬਹੁਤੇ ਮੁਗਲਾਂ ਤੇ ਪਠਾਨਾਂ ਨੂੰ ਮਾਰ ਕੇ ਬਾਬਾ ਬਿਧੀ ਚੰਦ ਸਾਹਿਬ ਤੁਰਕਾਂ ਦੇ ਵਿੱਚ ਜਾ ਧਸੇ ਹਨ। ਮਾਰ ਮਾਰ ਤਮਸਾਨ ਕਰ ਬਲਵਾਨ ਮਹਾਨਾ। ਮਾਰ ਮਾਰ ਕੇ ਕਹਿੰਦੇ ਬਹੁਤ ਸਾਰੇ ਸੂਰਮਿਆਂ ਨੂੰ, ਮੁਗਲਾਂ ਨੂੰ, ਪਠਾਨਾਂ ਨੂੰ ਜੰਗ ਦੇ ਮੈਦਾਨ 'ਚ ਮੁਕਾ ਦਿੱਤਾ ਹੈ ਬਾਬਾ ਜੀ ਨੇ। ਜਿਤ ਦਿਸ਼ ਕੋ ਵਿਚਰਤ ਬਲੀ ਹੋਏ ਜਾਤ ਮਦਾਨਾ। ਬਾਬਾ ਜੀ ਜਿੱਧਰ ਜਾਂਦੇ ਆ ਨਾ ਰਣ ਭੂਮੀ 'ਚ, ਬਸ ਉਧਰ ਤੇ ਲਾਸ਼ਾਂ ਹੀ ਵਿਛਦੀਆਂ ਜਾਂਦੀਆਂ, ਸੱਥਰ ਹੀ ਵਿਛਦੇ ਜਾਂਦੇ ਹਨ। ਸ਼ਤਰੂ ਹੀਰ ਮਾਰਿਓ ਚੈਤ ਕਰ ਦਾਵ ਸੁਨਾਨਾ। ਦੁਸ਼ਮਣ ਨੂੰ ਵੇਖ ਲੈਂਦੇ ਵੀ ਕਿਹੜਾ ਬੰਦਾ ਜ਼ਿਆਦਾ ਮਾਰ ਕਰਦਾ ਸਿੱਖਾਂ ਤੇ, ਕਿਹੜਾ ਵੱਧ ਹੱਲਾ ਕਰਦਾ, ਉਹਨੂੰ ਹੀ ਤੱਕ ਕੇ ਤੀਰ ਚਲਾਉਂਦੇ ਤੇ ਮਾਰ ਦਿੰਦੇ ਨੇ। ਇਦਾਂ ਦੇ ਦਾ ਪੇਚ ਬਾਬਾ ਬਿਧੀ ਚੰਦ ਸਾਹਿਬ ਜੀ ਜਾਣਦੇ ਹਨ। ਕਿਸ ਕੋ ਜਤਨ ਚਲਤੇ ਆਪ ਸੋ ਮਰ ਜੈ ਹੈ। ਕਹਿੰਦੇ ਜਿਹੜੇ ਬਾਬਾ ਬਿਧੀ ਚੰਦ ਸਾਹਿਬ ਨੂੰ ਮਾਰਨ ਆਉਂਦੇ ਆ ਵੀ ਇਹ ਸਾਡੇ ਬੰਦੇ ਮਾਰੀ ਜਾਂਦਾ, ਇਹਨੂੰ ਮਾਰੀਏ,
ਬਾਬਾ ਜੀ ਇੰਨੇ ਫੁਰਤੀਲੇ ਨੇ ਵੀ ਕਿਸੇ ਦੇ ਦਾ ਥੱਲੇ ਨਹੀਂ ਆਉਂਦੇ। ਜਿਹੜੇ ਬਾਬਾ ਜੀ ਨੂੰ ਮਾਰਨ ਆਉਂਦੇ ਆ ਬਾਬਾ ਜੀ ਦੇ ਹੱਥੋਂ ਮਾਰੇ ਜਾਂਦੇ ਹਨ। ਗਰਜ ਬੰਗਾਰਤ ਹੰਤ ਜਿਮ ਕੇ ਹਰ ਨਿਰਭੈ। ਕਹਿੰਦੇ ਗਰਜ ਕੇ ਵੰਗਾਰ ਕੇ ਮਾਰਦੇ ਆ ਬਾਬਾ ਬਿਧੀ ਚੰਦ ਸਾਹਿਬ ਦੁਸ਼ਮਣ ਨੂੰ, ਜਿਵੇਂ ਕੋਈ ਸ਼ੇਰ ਨਿਰਭੈ ਹੋ ਕੇ ਵਿਚਰਦਾ ਨਾ ਭੇਡਾਂ ਤੇ ਮਿਰਗਾਂ ਦੇ ਇੱਜੜ ਵਿੱਚ, ਕਹਿੰਦੇ ਏਦਾਂ ਬਾਬਾ ਜੀ ਨਿਰਭੈ ਹੋ ਕੇ ਫਿਰਦੇ ਹਨ। ਐਂਚ ਚਾਂਪ ਕੋ ਸਰ ਤਜੇ ਤੱਕ ਤੱਕ ਰਿਪ ਛਾਤੀ। ਔਰ ਕੰਨਾਂ ਤੱਕ ਤੀਰ ਖਿੱਚ ਖਿੱਚ ਕੇ ਵੈਰੀਆਂ ਦੀਆਂ ਛਾਤੀਆਂ ਦੇ ਨਿਸ਼ਾਨੇ ਲਾ ਲਾ ਕੇ ਚਲਾਉਂਦੇ ਹਨ। ਲਗਤ ਪਾਰਈ ਪਰਤੇ ਹਿਆ ਤਰੇ ਪਪਾਤੀ। ਕਹਿੰਦੇ ਜਿਹਨੂੰ ਜਾ ਕੇ ਤੀਰ ਵੱਜਦਾ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ। ਇਤਨੇ ਮੈਂ ਚੰਦੂ ਤਨੁਜ ਚਲ ਸਨਮੁਖ ਆਵਾ। ਇਹਨੇ ਨੂੰ ਚੰਦੂ ਦਾ ਲੜਕਾ, ਚੰਦੂ ਦਾ ਮੁੰਡਾ ਜਿਹਦਾ ਨਾਂ ਸੀ ਕਰਮਚੰਦ, ਉਹ ਆ ਗਿਆ ਘੋੜਾ ਤੇਜ਼ ਕਰਕੇ ਅੱਗੇ। ਪਰੀ ਲੋਥ ਪਰ ਲੋਥ ਜੇ ਸ਼੍ਰੋਣਤ ਬਿਥਰਾਵਾ। ਜਿੱਥੇ ਲਾਸ਼ਾਂ ਤੇ ਲਾਸ਼ਾਂ ਖਿੰਡੀਆਂ ਪਈਆਂ ਤੇ ਲਹੂ ਤੇ ਮਿੱਝ ਦਾ ਚਿੱਕੜ ਬਣਿਆ ਹੋਇਆ ਹੈ। ਕਰਤ ਚੌਂਪ ਆਗੇ ਅਰਿਓ ਮੂਰਖ ਮਤ ਹੀਨਾ। ਮੂਰਖ ਤੇ ਮਤ ਤੋਂ ਹੀਣਾ ਕਰਮਚੰਦ ਚੰਦੂ ਦਾ ਲੜਕਾ, ਇਹ ਅੱਗੇ ਆ ਕੇ ਅੜਿਆ ਤੇ ਵੱਧ ਕੇ ਲੜਨ ਲੱਗਾ। ਵਿਦਿਏ ਕੀਨ ਚਿਨਾਰ ਕੋ ਬੜ ਆਨੰਦ ਲੀਨਾ। ਕਹਿੰਦੇ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਪਛਾਣ ਲਿਆ ਕਰਮਚੰਦ ਨੇ, ਤੇ ਬਾਬਾ ਬਿਧੀ ਚੰਦ ਸਾਹਿਬ ਨੇ ਇਹਨੂੰ ਪਛਾਣ ਲਿਆ। ਆਨੰਦ ਹੋ ਗਿਆ ਮਨ 'ਚ। ਕਹਿਤ ਪਇਓ ਮਮ ਪਿਤੇ ਅਤਿਓ ਤੈਂ ਗੁਰ ਕੇ ਆਗੇ। ਕਰਮਚੰਦ ਨੇ ਪਛਾਣ ਲਿਆ ਵੀ ਇਹ ਉਹੀ ਗੁਰੂ ਦਾ ਸਿੱਖ ਹੈ ਜਿਹਨੇ ਮੇਰੇ ਪਿਓ ਚੰਦੂ ਦੀਆਂ ਮੁਸ਼ਕਾਂ ਬੰਨ੍ਹ ਕੇ ਜੁੱਤੀਆਂ ਸਭ ਤੋਂ ਪਹਿਲਾਂ ਮਾਰੀਆਂ ਸਨ। ਇਹਨੇ ਪਛਾਣ ਲਿਆ, ਕਹਿੰਦਾ ਇਹ ਤਾਂ ਮੇਰੇ ਪਿਓ ਦਾ ਸਭ ਤੋਂ ਵੱਡਾ ਵੈਰੀ ਹੈ, ਇਹਨੂੰ ਅੱਜ ਮਾਰ ਕੇ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਲਵਾਂਗਾ। ਕਰਤ ਪ੍ਰਤੀਖਨ ਮੈਰਿਓ ਸੋ ਅਬ ਫਲ ਲਾਗੇ। ਮੈਂ ਤਾਂ ਉਡੀਕਦਾ ਸੀ ਆਪਣੇ ਪਿਓ ਦੀ ਮੌਤ ਤੋਂ ਬਾਅਦ ਕਦੋਂ ਦਿਨ ਆਵੇਗਾ ਜਦੋਂ ਮੈਂ ਆਪਣੇ ਪਿਓ ਦੇ ਘਾਤੀਆਂ ਨੂੰ ਵਿੱਚੋਂ ਜਿਹੜਾ ਸਭ ਤੋਂ ਤੂੰ ਬਿਧੀ ਚੰਦ ਤੂੰ ਮੁਖੀ ਸੀ ਤੈਨੂੰ ਮਾਰਾਂਗਾ। ਅੱਜ ਕਹਿੰਦਾ ਉਹ ਫਲ ਮੈਨੂੰ ਮਿਲਿਆ ਹੈ। ਜਿਮ ਚਾਤ ਸੋ ਬਿਦ ਬਣੀ ਰਣ ਮੈਂ ਤੁਝ ਹੇਰੇ। ਜਿਵੇਂ ਮੈਂ ਚਾਹੁੰਦਾ ਸੀ ਉਹ ਵਿਧੀ ਬਣ ਗਈ ਹੈ। ਕਹਿੰਦੇ ਰਣ ਭੂਮੀ 'ਚ ਤੂੰ ਹੀ ਸਭ ਤੋਂ ਪਹਿਲਾਂ ਮੇਰੇ ਮੱਥੇ ਲੱਗਾ ਤੇ ਤੈਨੂੰ ਹੀ ਪਹਿਲਾਂ ਮਾਰਾਂਗਾ। ਪਿਤ ਪਲਟਾ ਏ ਕਰਜ਼ ਸਿਰ ਉਤਰੇ ਅਬ ਮੇਰੇ ਪਿਓ ਦੀ ਮੌਤ ਦਾ ਕਰਜ਼ਾ ਸੀ ਮੇਰੇ ਸਿਰ ਤੇ, ਉਹ ਬਦਲਾ ਲੈਣਾ ਸੀ। ਅੱਜ ਉਹ ਬਦਲਾ ਤੈਨੂੰ ਮਾਰ ਕੇ ਲੱਥ ਜਾਏਗਾ, ਉਹ ਕਰਜ਼ਾ ਮੇਰੇ ਸਿਰੋਂ ਲੱਥ ਜਾਏਗਾ। ਪੂਰਬ ਤੁਮ ਕੋ ਮਾਰ ਕੇ ਰਣ ਖੇਤ ਮਝਾਰੇ। ਪਹਿਲਾਂ ਤੈਨੂੰ ਮਾਰਾਂਗਾ ਬਿਧੀ ਚੰਦ ਜੰਗ ਦੇ ਮੈਦਾਨ ਵਿੱਚ, ਰਣ ਭੂਮੀ ਵਿੱਚ। ਹਰ ਗੋਵਿੰਦ ਕੋ ਪੁਨ ਗਹੋ ਜੋਦਾ ਬਰਿਆਰੇ। ਤੁਹਾਡੇ ਗੁਰੂ ਹਰਗੋਬਿੰਦ ਨੂੰ ਜਾ ਕੇ ਪਕੜਾਂਗਾ ਜਿਹੜਾ ਬੜਾ ਯੋਧਾ ਆਪਣੇ ਆਪ ਨੂੰ ਕਹਾਉਂਦਾ ਹੈ। ਸੁਨਤ ਹਸਿਓ ਵਿਦਿਆ ਅਧਿਕ ਉੱਤਰ ਕੋ ਦੀਨਾ। ਜਦੋਂ ਕਰਮਚੰਦ ਏਦਾਂ ਬੋਲਿਆ ਨਾ ਤੇ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਦੀ ਹਾਸੀ ਆ ਗਈ। ਹੱਸ ਪਏ, ਹੱਸ ਕੇ ਅੱਗੋਂ ਜਵਾਬ ਦਿੰਦੇ ਕਹਿੰਦੇ ਕਰਮਚੰਦ ਨੂੰ, ਚੈਤ ਉਤਾਰਿਓ ਪਿਤ ਕਰਜ਼ ਤੂੰ ਮਹਾ ਪ੍ਰਬੀਨਾ। ਕਹਿਣ ਲੱਗੇ ਬੜਾ ਸਿਆਣਾ ਆ ਕਰਮਚੰਦ, ਤੂੰ ਤਾਂ ਬੜਾ ਪ੍ਰਬੀਨ ਹੈ, ਆਪਣੇ ਪਿਓ ਦਾ ਕਰਜ਼ਾ ਲਾਣਾ ਚਾਹੁੰਦਾ, ਆਪਣੇ ਪਿਓ ਦਾ ਰਿਣ ਆਪਣੇ ਸਿਰ ਤੋਂ ਉਤਾਰਨਾ ਚਾਹੁੰਦਾ ਹੈ। ਅਬ ਤੁਝ ਕੋ ਮਾਰੇ ਤੁਰਤ ਰਿਣ ਕੌਣ ਉਤਾਰੇ। ਕਰਮਚੰਦ ਇਹ ਤਾਂ ਦੱਸ, ਜੇ ਹੁਣ ਮੈਂ ਤੈਨੂੰ ਜੰਗ ਦੇ ਮੈਦਾਨ 'ਚ ਮਾਰ ਦਿਆਂ ਤੇ ਤੇਰਾ ਕਰਜ਼ਾ ਕੌਣ ਲਾਏਗਾ? ਤੂੰ ਲਾਣਾ ਚਾਹੁੰਦਾ ਕਰਜ਼ਾ, ਬੜਾ ਸਿਆਣਾ, ਬੜਾ ਵਧੀਆ ਕੰਮ, ਪਰ ਜੇ ਮੈਂ ਤੈਨੂੰ ਮਾਰ ਦਿਆਂ ਫਿਰ ਇਹ ਕਰਜ਼ਾ ਤੇਰਾ ਕੌਣ ਉਤਾਰੇਗਾ? ਇਹ ਸੰਸਾ ਸਭ ਕਰਤੇ ਹੈ ਕਿਮ ਨਿਰਣੰਕਾਰੇ। ਕਰਮਚੰਦ ਮੇਰੇ ਨਾਲ ਖੜਿਆਂ ਦੇ ਸਾਰਿਆਂ ਦੇ ਮਨ 'ਚ ਇਹ ਸੰਸਾ ਹੈ। ਸਾਰੇ ਪੁੱਛਦੇ ਆ ਮੈਨੂੰ ਕਿ ਕਰਮਚੰਦ ਦੇ ਮਰਨ ਤੋਂ ਬਾਅਦ ਕਰਜ਼ਾ ਕੌਣ ਲਾਏਗਾ? ਮਾੜਾ ਮੋਟਾ ਸਾਨੂੰ ਦੱਸ ਜਾ ਵੀ ਤੇਰੇ ਤੋਂ ਬਾਅਦ ਕੋਈ ਹੋਵੇ ਕਰਜ਼ ਲਾਣ ਵਾਲਾ ਤੇ ਫਿਰ ਉਹਨੂੰ ਜਾ ਟੱਕਰਾਂਗੇ, ਇਹ ਵੀ ਦੱਸ ਦੇ। ਕਰਮਚੰਦ ਇਮ ਸੁਨਤਈ ਤਕ ਤੀਰ ਪ੍ਰਹਾਰਾ। ਇਹ ਸੁਣ ਕੇ ਕਰਮਚੰਦ ਨੇ ਬੜੀ ਛੇਤੀ ਨਾਲ ਬਾਬਾ ਜੀ ਦਾ ਨਿਸ਼ਾਨਾ ਲਾਇਆ, ਭਾਈ ਬਿਧੀ ਚੰਦ ਸਾਹਿਬ ਦਾ, ਤੇ ਤੱਕ ਕੇ ਤੀਰ ਚਲਾਇਆ। ਤਨ ਵਿਦਿਏ ਕੇ ਤਕ ਚੁਬਿਓ ਗੈ ਖੈਂਚ ਨਿਕਾਰਾ। ਜਦੋਂ ਚਲਾਇਆ ਤੇ ਆ ਮਾੜੀ ਜੀ ਚੁੰਝ ਜੀ ਜਿਹੜੀ ਅਗਲੇ ਜੇ ਤੀਰ ਦੀ ਹੁੰਦੀ ਉਹ ਲੱਗੀ ਬਾਬਾ ਜੀ ਦੇ ਤਨ ਤੇ, ਜ਼ਖਮ ਨਹੀਂ ਹੋਇਆ। ਥੋੜੀ ਜੀ ਚੁੰਝ ਜੀ ਜਿਵੇਂ ਝਰੀਟ ਜੀ ਲੱਗਦੀ ਹੈ ਉਹ ਬਾਬਾ ਜੀ ਦੇ ਤਨ ਤੇ ਲੱਗੀ। ਗੈ ਖੈਂਚ ਨਿਕਾਰਾ। ਫੜ ਕੇ ਉਹ ਤੀਰ ਪੁੱਟ ਕੇ ਬਾਬਾ ਜੀ ਨੇ ਸੁੱਟ ਦਿੱਤਾ। ਕਹਿੰਦੇ ਕਰਮਚੰਦ ਏਦਾਂ ਚਲਾਈ ਤੇ ਏਦਾਂ ਥੋੜੀ ਕਰਜ਼ੇ ਉਤਰਦੇ ਹੁੰਦੇ ਆ,
ਏਦਾਂ ਨਹੀਂ ਰਿਣ ਉਤਰਿਆ ਕਰਦੇ। ਪੁਨ ਤੋਰਨਈ ਤੀਰ ਖਰ ਤੱਕ ਔਰ ਚਲਾਇਓ। ਬਾਬਾ ਜੀ ਕਹਿੰਦੇ ਵੇਖ ਤੈਨੂੰ ਵਿਖਾਈਏ ਤੀਰ ਕਿਵੇਂ ਚਲਾਈਦਾ, ਤੈਨੂੰ ਨਹੀਂ ਮਾਰਾਂਗਾ, ਕਹਿੰਦੇ ਤੈਨੂੰ ਨਹੀਂ ਮਾਰਾਂਗਾ ਪਰ ਤੈਨੂੰ ਪਤਾ ਵੀ ਲੱਗ ਜੂ ਵੀ ਤੀਰ ਕਿਵੇਂ ਚਲਾਈਦਾ। ਬਾਬਾ ਜੀ ਨੇ ਆਪਣਾ ਤੀਰ ਕੱਢਿਆ, ਤੰਦੀ ਤੇ ਚਾੜਿਆ ਤੇ ਕੰਨਾਂ ਤੱਕ ਖਿੱਚ ਕੇ ਚਲਾਇਆ। ਹਿਆ ਕੁਦਾਏ ਵਿਦਿਆ ਤਬੇ ਨਿਜ ਗਾਤ ਬਚਾਇਓ। ਕਹਿੰਦੇ ਉਹਨੇ ਜਿਹੜਾ ਤੀਰ ਦੁਬਾਰਾ ਚਲਾਇਆ ਸੀ, ਬਾਬਾ ਜੀ ਨੇ ਘੋੜਾ ਕੁਦਾਇਆ ਤੇ ਘੋੜਾ ਕੁਦਾ ਕੇ ਆਪਣੇ ਆਪ ਨੂੰ ਬਚਾ ਲਿਆ। ਆਪ ਚਾਂਪ ਗਏ ਦਿੜ ਤੁਰਤ ਤਾਨਿਓ ਤਨ ਤਰਬਾਨਾ। ਤੇ ਬਾਬਾ ਜੀ ਨੇ ਜਿਹੜਾ ਤੀਰ ਤੰਦੀ ਤੇ ਚਾੜਿਆ ਉਹਨੂੰ ਕੰਨਾਂ ਤੱਕ ਖਿੱਚਿਆ। ਸਨਮੁਖ ਹੋਏ ਛੋਰਾ ਤਬੇ ਤੱਕ ਸ਼ਤਰੂ ਨਿਸ਼ਾਨਾ। ਸਾਹਮਣੇ ਆ ਕੇ ਬਾਬਾ ਜੀ ਨੇ ਉਹ ਤੀਰ ਚਲਾਇਆ ਤੇ ਛੱਡਿਆ। ਲਗਿਓ ਬਾਜ ਕੇ ਪਾਲ ਮੈਂ ਗਾ ਪਾਛਲ ਪਾਰਾ। ਕਹਿੰਦੇ ਘੋੜੇ ਦੇ ਮੱਥੇ ਵਿੱਚ ਉਹ ਤੀਰ ਵੱਜਾ ਤੇ ਵੱਜ ਕੇ ਘੋੜੇ ਦੇ ਪਿਛਲੇ ਪਾਸਿਓਂ ਜਾ ਨਿਕਲਿਆ। ਝੜ ਅਵਨੀ ਪਰ ਗਿਰ ਪਰਿਓ ਜਨ ਗਾਜ ਸੰਗਾਰਾ। ਤੇ ਕਹਿੰਦੇ ਘੋੜਾ ਜ਼ਮੀਨ ਤੇ ਡਿੱਗ ਪਿਆ, ਮਾਨੋ ਜਿਵੇਂ ਬਿਜਲੀ ਨਾ ਕੜਕ ਕੇ ਪੈ ਗਈ ਹੋਵੇ ਘੋੜੇ ਤੇ ਡਿੱਗ ਜਾਏ, ਏਦਾਂ ਘੋੜਾ ਕਰਮਚੰਦ ਦਾ ਡਿੱਗ ਗਿਆ। ਪਹੁੰਚਿਓ ਵਿਦਿਆ ਨਿਕਟ ਚੱਲ ਨੈ ਖੜਗ ਪ੍ਰਾਰਾ। ਬਾਬਾ ਜੀ ਐਨ ਇਹਦੇ ਕੋਲ ਆ ਗਏ ਕਰਮਚੰਦ ਦੇ, ਘੋੜੇ ਦੇ ਥੱਲੇ ਆ ਗਿਆ ਕਰਮਚੰਦ, ਨਿਕਲਿਆ ਨਾ ਜਾਵੇ ਥੱਲਿਓਂ। ਬਾਬਾ ਜੀ ਆ ਗਏ, ਇਹਨੂੰ ਤਲਵਾਰ ਨਹੀਂ ਮਾਰੀ ਬਾਬਾ ਬਿਧੀ ਚੰਦ ਸਾਹਿਬ ਨੇ। ਦਬੀ ਟਾਂਗ ਹਿਆ ਤੇ ਤਰੇ ਤਰ ਉਤਰ ਨਿਕਾਰਾ। ਬਾਬਾ ਜੀ ਛਾਲ ਮਾਰ ਕੇ ਥੱਲੇ ਆ ਗਿਆ ਆਪਣੇ ਘੋੜੇ ਤੋਂ। ਇਹ ਘੋੜੇ ਦੇ ਥੱਲੇ ਦੀ ਲੱਤ ਦੱਬੀ ਹੋਈ ਸੀ, ਜਾ ਕੇ ਬਾਬਾ ਜੀ ਨੇ ਗਿੱਚੀ ਤੋਂ ਫੜ ਕੇ ਇਹਨੂੰ ਥੱਲਿਓਂ ਬਾਹਰ ਕੱਢ ਲਿਆ। ਇਹਨੇ ਤਲਵਾਰ ਕੀ ਚਲਾਣੀ ਸੀ, ਕਾਬੂ ਕਰ ਲਈ, ਇਹਦੀ ਤਲਵਾਰ ਵੀ ਬਾਬਾ ਬਿਧੀ ਚੰਦ ਸਾਹਿਬ ਨੇ ਖੋਹ ਲਈ। ਗੈਲੀ ਨਸ ਕਰ ਸ਼ੀਗਰਤਾ ਪਾਛੇ ਕੋ ਚਾਲਾ। ਕਹਿੰਦੇ ਪਕੜ ਕੇ ਨਾ ਬੜੀ ਛੇਤੀ ਨਾਲ ਜੱਫਾ ਚਾੜ ਕੇ ਬਾਬਾ ਜੀ ਘੋੜੇ ਤੇ ਲਾ ਕੇ ਨਾਲ ਹੀ ਕਹਿੰਦੇ ਸਵਾਰ ਕਰਕੇ ਇਹਨੂੰ ਨਾਲ ਹੀ ਖਿੱਚਦਿਆਂ ਹੋਇਆਂ ਪਿਛਲੇ ਪਾਸੇ ਨੂੰ ਚੱਲ ਪਏ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਖੜੇ ਸਨ। ਅਪਰ ਸਿੱਖ ਅਰ ਤੁਰਕ ਤੇ ਰਣ ਮਚਿਓ ਕਰਾਲਾ। ਉੱਥੇ ਹੋਰ ਜਿੰਨੇ ਤੁਰਕ ਤੇ ਸਿੱਖ ਸੀ ਉਹ ਆਏ, ਕਹਿੰਦੇ ਸਾਡੇ ਬੰਦੇ ਨੂੰ ਲੈ ਚੱਲਿਆ ਪਕੜ ਕੇ ਜਿਉਂਦੇ ਨੂੰ ਹੀ ਕਰਮਚੰਦ ਨੂੰ। ਉਹ ਛੁਡਾਣ ਆਉਣ ਲੱਗੇ, ਇੱਧਰੋਂ ਬਾਬਾ ਬਿਧੀ ਚੰਦ ਸਾਹਿਬ ਦੇ ਨਾਲ ਦੇ ਜਿਹੜੇ ਸਿੱਖ ਸੀ ਉਹ ਅੱਗੇ ਆਣ ਕੇ ਖਲੋ ਗਏ। ਪਰੇ ਬਹੁਤ ਅਰ ਰਾਏ ਕੇ ਤੈਂ ਚੈਤ ਛੁਟਾਇਓ। ਉਹ ਕਰਮਚੰਦ ਨੂੰ ਛਡਾਣਾ ਚਾਹੁੰਦੇ ਸੀ, ਬੜਾ ਭਿਆਨਕ ਜੰਗ ਹੋਇਆ, ਪਰ ਬਾਬਾ ਜੀ ਇੰਨੇ ਨੂੰ ਕਰਮਚੰਦ ਨੂੰ ਨਾਲ ਲੈ ਕੇ ਵਾਹਵਾ ਪਿੱਛੇ ਤੱਕ ਚਲੇ ਗਏ। ਗੁਰਦਲ ਤੇ ਸ਼ਲਖੀ ਚਲੀ ਸਭ ਕੋ ਅਟਕਾਇਓ। ਮਹਾਰਾਜ ਜੀ ਦੇ ਸੂਰਮਿਆਂ ਵੱਲੋਂ ਬੇਅੰਤ ਗੋਲੀਆਂ ਚੱਲੀਆਂ ਤੇ ਦੁਸ਼ਮਣਾਂ ਨੂੰ ਰੋਕ ਲਿਆ। ਕਰੇ ਸ਼ੀਗਰਤਾ ਬਲ ਸਹਿਤ ਗੈ ਆਨਿਓ ਬੈਰੀ। ਬੜੀ ਸ਼ੀਘਰਤਾਈ ਨਾਲ ਬਲ ਦੇ ਨਾਲ ਕਰਮਚੰਦ ਨੂੰ ਚੱਕ ਕੇ ਲੈ ਆਏ ਬਾਬਾ ਬਿਧੀ ਚੰਦ ਸਾਹਿਬ ਰਣ ਭੂਮੀ ਚੋਂ। ਸ਼੍ਰੀ ਗੁਰੂ ਹਰਗੋਬਿੰਦ ਜੀ ਆਇਓ ਤਿੰਨ ਪੈਰੀ। ਛੇਵੇਂ ਪਾਤਸ਼ਾਹ ਜਿੱਥੇ ਖੜੇ ਸਨ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਪਾਇਆ ਇਹਨੂੰ। ਨੀਚ ਗੀਵ ਕੋ ਕਰ ਰਿਓ ਨੈ ਸਨਮੁਖ ਜੋਆ। ਇਹ ਧੌਣ ਨੀਵੀਂ ਕਰਕੇ ਖੜਾ ਸਤਿਗੁਰਾਂ ਦੇ ਸਾਹਮਣੇ, ਮਹਾਰਾਜ ਜੀ ਦੇ ਚਿਹਰੇ ਵੱਲ ਨਹੀਂ ਵੇਖ ਸਕਿਆ, ਸਿਰ ਨੀਵਾਂ ਕਰਕੇ ਸਾਹਮਣੇ ਖਲੋਤਾ ਰਿਹਾ। ਵਿਦਿਆ ਬੋਲਿਓ ਪ੍ਰਭੂ ਜੀ ਰਿਣ ਵੱਡ ਸਿਰ ਹੋਆ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਮਹਾਰਾਜ ਇਹ ਬੰਦਾ ਕਰਜ਼ਾਈ ਹੈ, ਇਹਦੇ ਸਿਰ ਤੇ ਕਰਜ਼ਾ ਬੜਾ। ਬਾਬਾ ਜੀ ਕਹਿੰਦੇ ਮਹਾਰਾਜ ਇਹ ਬੰਦਾ ਬੜਾ ਕਰਜ਼ਾਈ ਆ, ਕਰਮਚੰਦ ਦਾ ਨਾਂ ਆ, ਇਹ ਕਹਿੰਦਾ ਮੇਰੇ ਪਿਓ ਦਾ ਸਿਰ ਤੇ ਮੇਰੇ ਤੇ ਕਰਜ਼ਾ, ਮੈਂ ਉਹ ਲਾਉਣਾ, ਇਹ ਆਇਆ ਤੁਹਾਡੇ ਕੋਲ। ਪਲਟਾ ਪਿਤ ਲੈ ਬੋ ਏਓ ਰਿਣ ਉਤਰਿਓ ਨਾਈ। ਮਹਾਰਾਜ ਇਹਦੇ ਸਿਰ ਤੇ ਕਰਜ਼ਾ ਸੀ, ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣਾ, ਪਰ ਮਹਾਰਾਜ ਉਹ ਕਰਜ਼ਾ ਲਿਆ ਕੋਈ ਨਹੀਂ, ਇਹਦਾ ਹੁਣ ਕੀ ਕਰੀਏ ਪਾਤਸ਼ਾਹ, ਇਹਦਾ ਕਰਜ਼ਾ ਉਤਰਿਆ ਕੋਈ ਨਹੀਂ, ਕੀ ਕਰੀਏ ਹੁਣ ਇਹਦਾ। ਬੰਦੋਂ ਮੁਸ਼ਕੇ ਪਾਗ ਸੋ ਪਗ ਸ਼ਿੰਖਲ ਪਾਈ। ਮਹਾਰਾਜ ਇਹਦੀ ਪੱਗ ਲਾ ਕੇ ਇਹਦੀਆਂ ਮੁਸ਼ਕਾਂ ਬੰਨ ਦਈਏ ਜਿਵੇਂ ਇਹਦੇ ਪਿਓ ਦੀਆਂ ਬੰਨੀਆਂ ਸੀ, ਪੈਰਾਂ ਵਿੱਚ ਬੇੜੀਆਂ ਪਾ ਕੇ ਕੱਸ ਦਈਏ ਇਹਨੂੰ। ਹਾਂਜੀ ਗੁਰ ਕਿਰਪਾਲ ਹੱਸ ਕਰਕੇ ਉਹ ਕਿਆ ਇਸ ਤੇ ਲੈ ਬੋ। ਜਿਵੇਂ ਪਾਤਸ਼ਾਹ ਕਿਰਪਾਲੂ ਹੱਸ ਕੇ ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਨੂੰ, ਬਿਧੀ ਚੰਦ ਸਾਹਿਬ ਇਹ ਤਾਂ ਰਹਿਣ ਦਿਓ ਹੁਣ, ਇਹਨੂੰ ਏਦਾਂ ਨਹੀਂ ਕਰਨਾ। ਕਿਆ ਇਸ ਤੇ ਲੈ ਬੋ। ਇਹਦੇ ਕੋਲੋਂ ਕੀ ਲੈਣਾ ਹੈ ਆਪਾਂ, ਇਹ ਕੀ ਸ਼ੈ ਹੈ, ਇਹਦੇ ਕੋਲੋਂ ਕੀ ਲੈਣਾ ਹੈ। ਛੋੜ ਦਿਓ ਕੁੜਿਆਰ ਕੋ ਪੁਨ ਕਰੇ ਨਾ ਐਬੋ। ਇਹਨੂੰ ਛੱਡ ਦਿਓ ਝੂਠੇ ਨੂੰ, ਤਾਂ ਜੋ ਫਿਰ ਅੱਗੇ ਤੋਂ ਹਦਾਇਤ ਕਰ ਦਿਓ ਵੀ ਮੁੜ ਕੇ ਨਾ ਇੱਧਰ ਮੂੰਹ ਕਰੀ। ਜਥਾ ਦੁਸ਼ਟ ਪਿਤ ਸੁਤ ਤਥਾ ਤੁਰਕਨ ਕੇ ਚੇਰੇ। ਜਿਵੇਂ ਦਾ ਪਿਓ ਦੁਸ਼ਟ ਉਦਾਂ ਦਾ ਪੁੱਤਰ ਦੁਸ਼ਟ,
ਉਹ ਵੀ ਤੁਰਕਾਂ ਦਾ ਚੇਲਾ ਸੀ, ਇਹ ਵੀ ਤੁਰਕਾਂ ਦਾ ਚੇਲਾ ਹੈ। ਕੁਛ ਕੁ ਜੂਤ ਸਿਰ ਮੈਂ ਹਤੋ ਸਿਮਰੈ ਗੁਣ ਤੇਰੇ। ਆ ਬਾਬਾ ਬਿਧੀ ਚੰਦ ਸਾਹਿਬ ਇਦਾਂ ਕਰੋ ਵੀ 5-7 ਜੁੱਤੀਆਂ ਜ਼ਰੂਰ ਮਾਰ ਦਿਓ ਇਹਦੇ ਸਿਰ 'ਚ, ਜਿਵੇਂ ਇਹਦੇ ਪਿਓ ਦੇ ਮਾਰੀਆਂ ਸਨ, ਤਾਂ ਜੋ ਬਾਅਦ ਵਿੱਚ ਜਦੋਂ ਜਾਏ ਤੇ ਤੁਹਾਡੇ ਗੁਣਾਂ ਨੂੰ ਚੇਤੇ ਕਰੇ ਵੀ ਬਿਧੀ ਚੰਦ ਨੇ ਮੇਰੇ ਨਾਲ ਇਉਂ ਕੀਤੀ ਸੀ। ਉਹ ਜ਼ਰੂਰ ਕਰ ਦਿਓ ਜਾਂਦੇ ਜਾਂਦੇ ਦੀ ਸੇਵਾ। ਹੁਕਮ ਮਾਨ ਤਿਆਗਿਓ ਤਬੇ ਪਨਹੀ ਕੁਛ ਮਾਰੇ। ਬਾਬਾ ਜੀ ਨੇ ਗੁਰਦੇਵ ਦਾ ਹੁਕਮ ਸੁਣਿਆ ਤੇ ਪੈਰ 'ਚ ਵਾਹਵਾ ਵਧੀਆ ਜੁੱਤੀ ਖੋਸਾ ਚਮੜੇ ਵਾਲੀ ਉਹ ਲਾ ਲਈ ਤੇ ਲਾ ਕੇ ਚੰਗੀ ਤਰ੍ਹਾਂ 5-7 ਜੁੱਤੀਆਂ ਕਰਮਚੰਦ ਦੇ ਸਿਰ 'ਚ ਮਾਰੀਆਂ। ਨਹੀਂ ਬੋਲ ਮੁਖਿਆਵ ਤੋ ਭਾਗਿਓ ਛੁਟੇ ਹਾਰੇ। ਅੱਗੋਂ ਬੋਲਿਆ ਨਹੀਂ ਮਾੜਾ ਮੋਟਾ ਵੀ, ਗੱਲ ਨਹੀਂ ਕੀਤੀ ਤੇ ਝੂਠਾ ਛੁੱਟ ਕੇ ਭੱਜ ਗਿਆ ਜੰਗ ਦੇ ਮੈਦਾਨ 'ਚੋਂ ਬਾਬਾ ਜੀ ਕੋਲੋਂ। ਜਾਏ ਮਿਲਿਓ ਤੁਰਕਨ ਵਿਖੇ ਜੈ ਅਬਦੁਲ ਖਾਨਾ। ਭੱਜ ਕੇ ਜਾ ਕੇ ਤੁਰਕਾਂ ਨੂੰ ਜਾ ਮਿਲਿਆ ਜਿੱਥੇ ਇਹਨਾਂ ਦਾ ਜਰਨੈਲ ਅਬਦੁਲ ਖਾਨ ਸੂਬਾ ਜਲੰਧਰ ਖੜਾ ਸੀ। ਧਰਕਤ ਉਰ ਵੱਡ ਸਵਾਸ ਲੈ ਅਸਬਾਕ ਬਖਾਨਾ। ਹਿਰਦਾ ਇਹਦਾ ਬੜੀ ਤੇਜ਼ੀ ਨਾਲ ਧੜਕਦਾ ਹੈ, ਜਿੰਨੇ ਜ਼ੋਰ ਨਾਲ ਧੜਕ ਸਕਦਾ ਸੀ। ਸਾਹ ਲੈਂਦਾ ਵੱਡੇ ਵੱਡੇ ਤੇ ਬੋਲਿਆ, ਕਹਿਣ ਲੱਗਾ ਅਬਦੁਲ ਖਾਨ ਨੂੰ, ਗਇਓ ਮੋਏ ਲੈ ਕਰ ਗਏ ਗੁਰ ਜਹਾਂ ਖਰੋਏ। ਕਹਿੰਦੇ ਅਬਦੁਲ ਖਾਨ ਮੈਨੂੰ ਲੈ ਗਏ ਸੀ ਫੜ ਕੇ ਜਿੱਥੇ ਗੁਰੂ ਜੀ ਖੜੇ ਸੀ, ਉੱਥੇ ਮੈਨੂੰ ਲੈ ਗਏ ਸਨ। ਛਲ ਬਲ ਕੋ ਤਰ ਸ਼ੀਗਰਤਾ ਮੈਂ ਛੁਟਨ ਕਰੋਏ। ਕਹਿੰਦਾ ਮੈਂ ਉੱਥੇ ਛਲ ਬਲ ਕੀਤਾ, ਆਪਣੀ ਚਲਾਕੀ ਦੇ ਨਾਲ ਉੱਥੋਂ ਛੁੱਟ ਕੇ ਆ ਗਿਆ। ਇਹ ਨਹੀਂ ਕਿਹਾ ਵੀ ਜੁੱਤੀਆਂ ਖਾ ਕੇ ਪਰਤ ਕੇ ਆਇਆ, ਕਹਿੰਦਾ ਮੈਂ ਉੱਥੋਂ ਬੜੀ ਚਲਾਕੀ ਨਾਲ ਛਲ ਬਲ ਕਰਕੇ ਆਇਆ ਹਾਂ। ਸਿੱਖਨ ਕੋ ਮਾਰਤ ਆਇਓ ਸਭ ਭੇਦ ਨਿਹਾਰਾ। ਮੈਂ ਤਾਂ ਫੜੀ ਕਿ ਮੈਨੂੰ ਕਿੱਥੇ ਫੜ ਸਕਦੇ ਸੀ ਉਹ, ਮੈਂ ਤਾਂ ਫੜੀ ਕੇ ਗਿਆ ਵੀ ਉੱਥੇ ਭੇਤ ਲੈ ਕੇ ਆਵਾਂ ਵੀ ਉਹਨਾਂ ਕੋਲ ਫੌਜ ਕਿੰਨੀ ਕੁ ਰਹਿ ਗਈ ਹੈ। ਤੇ ਅਬਦੁਲ ਖਾਨ ਜੀ ਬਸ ਹੁਣ ਤਾਂ ਥੋੜੀ ਜੀ ਫੌਜ ਗੁਰੂ ਜੀ ਕੋਲ ਬਾਕੀ ਬਚੀ ਹੈ। ਰਿਓ ਅਲਪ ਦਲ ਗੁਰੂ ਕੋ ਸਮੁਦਾਏ ਸੰਗਾਰਾ। ਬਸ ਆਪਾਂ ਬਹੁਤੇ ਮਾਰ ਦਿੱਤੇ ਆ, ਉਹਨਾਂ ਦੇ ਬੰਦੇ ਤੇ ਥੋੜੇ ਹੀ ਰਹਿ ਗਏ ਹਨ। ਆਪ ਅਗਾਰੀ ਹੋਏ ਕੈ ਹੀਲਾ ਅਬ ਕਾਲੋ। ਬਸ ਹੁਣ ਤੁਸੀਂ ਚੱਲੋ ਅੱਗੇ ਚੱਲ ਕੇ ਹੱਲਾ ਕਰੋ, ਹਮਲਾ ਕਰੋ। ਹਰ ਗੋਵਿੰਦ ਕੋ ਲਹੇਂਗੇ ਨਿਜ ਓਜ ਸੰਭਾਲੋ। ਔਰ ਆਪਣਾ ਬਲ ਸੰਭਾਲੋ, ਆਪਾਂ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲੈਣਾ ਹੈ। ਇਮ ਕਹਿ ਅਬਦੁਲ ਖਾਨ ਕੋ ਕੁਛ ਅਗਰ ਚਲਾਇਓ। ਇਦਾਂ ਕਹਿ ਕੇ ਅਬਦੁਲ ਖਾਨ ਨੂੰ ਇਹਨੇ ਥੋੜਾ ਜਿਹਾ ਅੱਗੇ ਤੋਰਿਆ। ਅਪਰ ਤੁਰੰਗ ਜੋ ਸੰਗ ਥੋ ਤਿਸ ਪਰ ਚੜਤਾਇਓ। ਇਹਦਾ ਘੋੜਾ ਤਾਂ ਮਰ ਗਿਆ ਸੀ, ਹੋਰ ਘੋੜਾ ਇਹਨੂੰ ਲੈ ਕੇ ਦਿੱਤਾ ਤੇ ਉਹਦੇ ਤੇ ਸਵਾਰ ਹੋਇਆ ਕਰਮਚੰਦ। ਇਮ ਵਿਦੀਏ ਕੀ ਗਾਥ ਇਤ ਕਾਲਿਓ ਕਮਸਾਨਾ। ਕਹਿੰਦੇ ਇਹੋ ਜਿਹਾ ਘਮਾਸਾਨ ਜੰਗ ਕੀਤਾ, ਬਾਬਾ ਬਿਧੀ ਚੰਦ ਸਾਹਿਬ ਦੀ ਇਹ ਦਲੇਰੀ ਤੇ ਇਸ ਮਰਦ ਸੂਰਮੇ ਦੀ ਕਹਾਣੀ ਪੂਰੇ ਸਿੱਖਾਂ ਦੇ ਵਿੱਚ ਵਰਤ ਗਈ। ਪਰਸਰਾਮ ਸ਼ਕਤੂ ਉਤੇ ਦੋਨੋਂ ਰਣ ਥਾਨਾ। ਉਧਰ ਭਾਈ ਪਰਸਰਾਮ ਜੀ ਤੇ ਭਾਈ ਸ਼ਕਤੂ ਜੀ ਜੰਗ ਦੇ ਮੈਦਾਨ 'ਚ ਘਮਾਸਾਨ ਜੰਗ ਕਰਕੇ ਸ਼ਹੀਦ ਹੋ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ